ਕਿਸੇ ਨੇ ਘਰ ਵੇਚਿਆ, ਜ਼ਮੀਨ ਗਹਿਣੇ ਰੱਖੀ, ਹਾਂ ਬੱਚਾ ਉੱਥੇ ਪਹੁੰਚ ਕਰਜ਼ਾ ਗਿਆ, ਲਿਆ, ਬੱਚਾ ਪਹੁੰਚ ਗਿਆ, ਰਿਅਲਾਈਜ਼ ਕਰ ਗਿਆ ਵੀ ਗਲਤੀ ਹੋ ਗਈ, ਬਟ ਫਿਰ ਉੱਥੋਂ ਵਾਪਸ ਮੁੜਨ ਦਾ ਰਾਹ ਬਹੁਤ ਔਖਾ ਹੋ ਜਾਂਦਾ। ਜਿਹੜੀਆਂ ਗਰਾਊਂਡ ਰਿਐਲਿਟੀਜ਼ ਨੇ ਉਹ ਫੇਸ ਕਰਦੇ ਨੇ ਕਿ ਜੀ ਇਹ ਤਾਂ 2 ਕਮਰਿਆਂ ਦਾ ਕਾਲਜ ਹੈ, ਐਜੂਕੇਸ਼ਨ ਨਹੀਂ ਹੈ, ਫੀਸ ਸਾਡੀ ਵਾਪਸ ਨਹੀਂ ਹੋਣੀ, ਇੱਥੇ ਵਰਕ ਪਰਮਿਟ ਨਹੀਂ ਆਉਣੇ, ਕੱਲ੍ਹ ਨੂੰ PR ਨਹੀਂ ਹੋਣੀ। ਬੱਚਾ ਇੰਡੀਆ ਫੋਨ ਕਰਕੇ ਵੀ ਨਹੀਂ ਕਹਿ ਸਕਦਾ ਕਿ ਸੌਰੀ ਮੇਰੇ ਤੋਂ ਗਲਤੀ ਹੋ ਗਈ, ਕਿਉਂਕਿ ਪ੍ਰੋਗਰਾਮ ਕਾਲਜ ਤਾਂ ਉਹਨੇ ਬੇਟੇ ਜਾਂ ਬੇਟੀ ਨੇ ਚੂਜ਼ ਕਰਿਆ ਸੀਗਾ। ਫਿਰ ਉੱਥੇ ਜਾ ਕੇ ਉਹ ਕਾਲਜ ਛੱਡ ਦਿੰਦੇ ਨੇ ਕਿ ਜੀ ਹੁਣ ਕੰਮ ਕਰਕੇ ਅਸੀਂ ਜੋ ਪੈਸਾ ਇਨਵੈਸਟ ਕੀਤਾ ਘੱਟੋ ਘੱਟ ਉਹ ਵਾਪਸ ਭੇਜੀਏ। ਕੀ ਏਜੰਟ ਐਟ ਫਾਲਟ ਹੈ? ਹੋ ਸਕਦਾ ਬੱਚੇ ਨੂੰ ਪਤਾ ਹੀ ਨਾ ਹੋਵੇ ਕਿ ਫਰਾਡ ਮੇਰੇ ਫੇਕ ਡਾਕੂਮੈਂਟਸ ਲਾਏ। ਹੁਣ ਤੁਹਾਨੂੰ ਕਾਲਜ ਤੋਂ ਆਫਰ ਲੈਟਰ ਆ ਗਈ, ਠੀਕ ਹੈ, ਫੀਸ ਲਿਖੀ ਹੋਈ ਆ, ਤੁਸੀਂ ਕਿਉਂ ਬੈਂਕ ਜਾ ਕੇ ਆਪਦੀ ਫੀਸ ਨਹੀਂ ਪੇ ਕਰ ਰਹੇ? ਤੁਸੀਂ ਕਿਉਂ ਆਪ ਪੇ ਕਰੋ? ਤੁਸੀਂ ਕਿਉਂ ਏਜੰਟ ਨੂੰ ਕਹਿ ਰਹੇ ਹੋ ਕਿ ਤੁਸੀਂ ਸਾਡੀ ਫੀਸ ਪੇ ਕਰੋ? 10 ਸਾਲ ਪਹਿਲਾਂ ਬੜਾ ਟ੍ਰੈਂਡ ਸੀ, ਪ੍ਰਾਈਵੇਟ ਵੱਲ ਲੋਕ ਮੂੰਹ ਨਹੀਂ ਕਰਦੇ ਸੀ, ਗਵਰਨਮੈਂਟ ਕਾਲਜ ਚਾਹੁੰਦੇ ਹੁੰਦੇ ਸੀ। ਹੁਣ ਤਾਂ ਬਿਲਕੁਲ ਆਪੋਜ਼ਿਟ ਹੋ ਗਿਆ ਕਿ ਅਸੀਂ ਜਾਣਾ ਹੈ, ਸਾਨੂੰ ਕੁਝ ਵੀ ਮਿਲ ਜੇ। ਅਗਰ ਤੁਸੀਂ ਕੈਨੇਡਾ ਪ੍ਰਾਈਵੇਟ ਕਾਲਜ ਪੜ੍ਹਦੇ ਹੋ, ਦੈਟਸ ਆਲ ਦੇ ਕੇਅਰ ਅਬਾਊਟ। ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਕੱਲ੍ਹ ਨੂੰ ਬੱਚਾ ਉੱਥੇ ਪਹੁੰਚ ਕੇ ਸਕਸੈਸਫੁਲ ਹੁੰਦਾ ਨਹੀਂ ਹੁੰਦਾ, ਪੇਰੈਂਟਸ ਦੀ ਬਰਬਾਦੀ ਹੁੰਦੀ ਜਾਂ ਨਹੀਂ ਹੁੰਦੀ, ਉਹਨਾਂ ਨੂੰ ਕੋਈ ਫਰਕ ਨਹੀਂ। ਮਤਲਬ ਤੁਸੀਂ ਇਹ ਠੋਕ ਕੇ ਕਹਿ ਰਹੇ ਹੋ ਕਿ ਹਾਂ ਅਸੀਂ ਪੈਸਾ ਲੈਂਦੇ ਹਾਂ ਔਰ ਜਿਹੜੇ ਬਣਦੇ ਆ ਸਾਡੇ ਉਹਨੇ ਲੈਂਦੇ, ਬਿਲਕੁਲ। ਪਰ ਟ੍ਰੈਂਡ ਤਾਂ ਇਹ ਹੈ ਨਾ ਭਾਜੀ ਕਿ 15 ਲੱਖ ਦਿਓ, ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦਿਓ, ਤੇ ਲੋਕ ਤਾਂ ਉਧਰ ਜਾ ਰਹੇ ਆ ਸਾਰੇ। ਮੈਂ ਤੁਹਾਡੀ ਫੇਕ ਆਫਰ ਲੈਟਰ ਵਿਦ ਫੇਕ ਟਿਊਸ਼ਨ ਫੀ ਰਿਸੀਟ ਲਾ ਦਿਆਂ, ਮੇਰਾ ਕੋਈ ਖਰਚਾ ਨਹੀਂ ਹੋਇਆ, ਬੱਚਾ ਤੁਹਾਡਾ ਜੇ ਉੱਥੇ ਪਹੁੰਚ ਗਿਆ ਤਾਂ ਮੈਂ ਤੁਹਾਡੇ ਤੋਂ 15 ਲੱਖ 18 ਲੱਖ ਰੁਪਈਆ ਐਜ਼ ਅ ਪੈਕੇਜ ਸਿਸਟਮ ਲਿਆ। ਕੈਨੇਡਾ 'ਚ ਵਿਦਿਆਰਥੀਆਂ ਨੂੰ ਹਾਰਟ ਅਟੈਕਸ ਹੋ ਰਹੇ ਹੈ, ਡਿਪਰੈਸ਼ਨ ਦਾ ਸ਼ਿਕਾਰ ਹੋ ਰਿਹਾ ਹੈ, ਤੇ ਬਹੁਤ ਸਾਰੀਆਂ ਐਸੀਆਂ ਮੁਸੀਬਤਾਂ ਆ ਰਹੀਆਂ। ਹੁਣ ਤਾਂ ਇੱਥੋਂ ਤੱਕ ਕਿਹਾ ਜਾਣ ਲੱਗਿਆ ਹੈ ਕਿ ਰਿਵਰਸ ਮਾਈਗ੍ਰੇਸ਼ਨ ਵੱਲ ਵੀ ਹੁਣ ਰੁਝਾਨ ਵਧੂਗਾ, ਕਿਉਂਕਿ ਉੱਥੇ ਕੰਮ ਨਹੀਂ ਹੈ। ਸੱਚ ਕੀ ਹੈ, ਸਟੂਡੈਂਟ ਦੇ ਹਾਲਾਤ ਕੀ ਨੇ? ਸਾਡੇ ਨਾਲ ਅੱਜ ਕੈਨੇਡਾ ਤੋਂ ਇਮੀਗ੍ਰੇਸ਼ਨ ਦੇ ਐਕਸਪਰਟ ਔਰ ਸਮਾਜ ਸੇਵੀ ਪਰਵਿੰਦਰ ਬਰਨ ਸਾਹਿਬ ਨੇ। ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਜੀ, ਥੈਂਕ ਯੂ। ਬਰਨ ਸਾਹਿਬ, ਇਹ ਰੁਝਾਨ ਕਿਉਂ ਵੱਧ ਰਿਹਾ, ਇੰਨਾ ਡਿਪਰੈਸ਼ਨ ਕਿਉਂ ਹੈ? ਤੁਸੀਂ ਉੱਥੇ ਵਿਚਰਦੇ ਹੋ ਸਟੂਡੈਂਟਸ 'ਚ, ਸੱਚ ਇੱਥੇ ਪਤਾ ਨਹੀਂ ਲੱਗ ਰਿਹਾ ਹੈ ਕੀ? ਦੇਖੋ, ਡਿਪਰੈਸ਼ਨ ਕੰਪੈਰੀਟਿਵਲੀ ਪਹਿਲਾਂ ਨਾਲੋਂ ਬੱਚਿਆਂ 'ਚ ਜ਼ਰੂਰ ਵੱਧ ਰਿਹਾ ਹੈ। ਕਾਫੀ ਸਾਡੇ ਹੀ ਕਲਾਇੰਟਸ ਨੇ ਜਿਹੜੇ ਇਸ ਮੈਂਟਲ ਹੈਲਥ ਇਸ਼ੂਜ਼ ਨੂੰ ਫੇਸ ਕਰ ਰਹੇ ਨੇ। ਉਹਦਾ ਕਿਤੇ ਨਾ ਕਿਤੇ ਰੀਜ਼ਨ ਇਹ ਲੱਗ ਰਿਹਾ ਕਿ ਜਦੋਂ ਇੱਥੇ ਉਹ ਆਪਦੀ ਸਟੱਡੀ ਪ੍ਰੋਗਰਾਮ ਸਿਲੈਕਸ਼ਨ, ਕਾਲਜ ਸਿਲੈਕਸ਼ਨ ਕਰਦੇ ਨੇ ਨਾ, ਉਹਦੇ ਵਿੱਚ ਉਹ ਸਹੀ ਨਹੀਂ ਹੁੰਦੇ। ਹੁਣ ਲੈਟਸ ਸੇ ਫੋਰ ਐਗਜ਼ਾਮਪਲ ਕੋਈ ਗ੍ਰੇਡ 12 ਜਾਂ +2 ਵਾਲਾ ਬੱਚਾ ਉਹ ਕਾਲਜ ਆ ਰਿਹਾ, ਉਹ ਆਪ ਰਿਸਰਚ ਨਹੀਂ ਕਰ ਰਿਹਾ ਕਿ ਮੈਂ ਕਿਹੜੇ ਕਾਲਜ, ਕਿਹੜੀ ਯੂਨੀਵਰਸਿਟੀ ਜਾਂ ਕਿਹੜਾ ਪ੍ਰੋਗਰਾਮ ਲਵਾਂ। ਉਹ ਇੱਕ ਕੰਸਲਟੈਂਟ ਕੋਲ ਜਾ ਕੇ ਕਹਿ ਰਿਹਾ ਕਿ ਜੀ ਮੈਨੂੰ ਕੈਨੇਡਾ ਭੇਜ ਦਿਓ। ਕੰਸਲਟੈਂਟ ਦਾ ਕਿਤੇ ਨਾ ਕਿਤੇ ਮੋਟਿਵ ਹੁੰਦਾ ਕਿ ਮੈਂ ਆਪਦੇ ਮੋਨਿਟਰੀ ਗੇਨਸ ਨੂੰ ਮੈਕਸਿਮਾਈਜ਼ ਕਿਵੇਂ ਕਰਾਂ। ਸੋ ਉਹਦੇ 'ਚੋਂ ਪ੍ਰਾਈਵੇਟ ਕਾਲਜ ਐਡਮਿਸ਼ਨਸ ਹੋ ਜਾਂਦੀਆਂ। ਤੁਸੀਂ ਕਹਿ ਰਹੇ ਹੋ ਪੜ੍ਹਨਾ ਨਹੀਂ ਚਾਹੁੰਦਾ ਉਹ ਬੱਚਾ? ਪੜ੍ਹਨਾ ਚਾਹੁੰਦਾ, ਕਿਉਂਕਿ ਅਜੇ ਜਦੋਂ ਫਰੈਸ਼ ਹੈ, ਉਹਨੂੰ ਇਹ ਨਹੀਂ ਪਤਾ ਕਿ ਮੈਂ ਪੜ੍ਹਨਾ ਜਾਂ ਮੈਂ ਨਹੀਂ ਪੜ੍ਹਨਾ। ਦੇ ਸਟਿਲ ਹੈਵ ਐਨ ਇੰਟਰਸਟ, ਬਟ ਕੰਸਲਟੈਂਟ ਦਾ ਇੰਟਰਸਟ ਹੁੰਦਾ ਕਿ ਜੀ ਪ੍ਰਾਈਵੇਟ ਕਾਲਜ ਭੇਜ ਦਿਓ। ਇੱਥੋਂ ਤਾਂ ਬੱਚੇ ਦਾ ਵੀ ਮੋਟਿਵ ਹੈ ਕਿ ਕੈਨੇਡਾ ਪਹੁੰਚਦਾ ਕਰ ਦਿਓ, ਪੇਰੈਂਟਸ ਨੂੰ ਵੀ ਇਹੀ ਹੈ ਕਿ ਬੇਟਾ ਜਾਂ ਬੇਟੀ ਕੈਨੇਡਾ ਪਹੁੰਚ ਜਾਵੇ ਇੱਕ ਵਾਰ। ਉੱਥੇ ਜਾ ਕੇ ਦੈਨ ਜਿਹੜੀਆਂ ਗਰਾਊਂਡ ਰਿਐਲਿਟੀਜ਼ ਨੇ ਉਹ ਫੇਸ ਕਰਦੇ ਨੇ ਕਿ ਜੀ ਇਹ ਤਾਂ 2 ਕਮਰਿਆਂ ਦਾ ਕਾਲਜ ਹੈ, ਐਜੂਕੇਸ਼ਨ ਨਹੀਂ ਹੈ, ਫੀਸ ਸਾਡੀ ਵਾਪਸ ਨਹੀਂ ਹੋਣੀ, ਇੱਥੇ ਵਰਕ ਪਰਮਿਟ ਨਹੀਂ ਆਉਣੇ, ਕੱਲ੍ਹ ਨੂੰ PR ਨਹੀਂ ਹੋਣੀ, ਐਂਡ ਬਾਏ ਦੈਟ ਟਾਈਮ ਇਟ ਇਜ਼ ਟੂ ਲੇਟ। ਕਿਉਂਕਿ ਅਗਰ ਤੁਸੀਂ 17,000 ਜਾਂ 18,000 ਫੀਸ ਪੇ ਕੀਤੀ ਹੈ, ਉਹ ਪ੍ਰਾਈਵੇਟ ਕਾਲਜ ਇਹ ਕਹਿੰਦਾ ਜੀ ਕਿ ਅਸੀਂ ਰਿਫੰਡ ਨਹੀਂ ਕਰਨੀ ਜੀ, ਤੁਸੀਂ ਉਹ ਪਾਲਿਸੀ 'ਤੇ ਸਾਈਨ ਕੀਤੇ ਹੋਏ ਨੇ, ਉੱਥੋਂ ਰਿਫੰਡ ਨਹੀਂ ਹੋ ਰਹੀ। ਬੱਚਾ ਇੰਡੀਆ ਫੋਨ ਕਰਕੇ ਵੀ ਨਹੀਂ ਕਹਿ ਸਕਦਾ ਕਿ ਸੌਰੀ ਮੇਰੇ ਤੋਂ ਗਲਤੀ ਹੋ ਗਈ, ਕਿਉਂਕਿ ਪ੍ਰੋਗਰਾਮ ਕਾਲਜ ਤਾਂ ਉਹਨੇ ਬੇਟੇ ਜਾਂ ਬੇਟੀ ਨੇ ਚੂਜ਼ ਕਰਿਆ ਸੀਗਾ। ਬਿਲਕੁਲ। ਫਿਰ ਉੱਥੇ ਜਾ ਕੇ ਉਹ ਕਾਲਜ ਛੱਡ ਦਿੰਦੇ ਨੇ ਕਿ ਜੀ ਹੁਣ ਕੰਮ ਕਰਕੇ ਅਸੀਂ ਜੋ ਪੈਸਾ ਇਨਵੈਸਟ ਕੀਤਾ ਘੱਟੋ ਘੱਟ ਉਹ ਵਾਪਸ ਭੇਜੀਏ। ਸਟੇਟਸ ਆਪਦਾ ਐਕਸਪਾਇਰ ਕਰਵਾ ਲੈਂਦੇ ਨੇ, ਸਟੇਟਸ ਜਿਹੜਾ ਹੈ ਉੱਥੇ ਦਾ ਇਮੀਗ੍ਰੇਸ਼ਨ ਦਾ ਖਰਾਬ ਕਰ ਲੈਂਦੇ ਨੇ, ਐਂਡ ਦੈਨ ਅਲਟੀਮੇਟਲੀ ਕਿਤੇ ਨਾ ਕਿਤੇ ਫਿਰ ਉਹ ਇਸ ਮੈਂਟਲ ਹੈਲਥ ਇਸ਼ੂਜ਼ ਦੇ ਵਿੱਚ ਇਹਦੇ ਵੱਲ ਵਧੀ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਕੋਈ ਸਪੋਰਟ ਸਿਸਟਮ ਨਹੀਂ ਮਿਲ ਰਿਹਾ। ਕੋਈ ਉਹਨਾਂ ਪ੍ਰਾਈਵੇਟ ਹੀ ਕਿਉਂ ਚੂਜ਼ ਕਰ ਰਹੇ ਹੈ? ਪ੍ਰਾਈਵੇਟ ਦੇ ਵਿੱਚੋਂ ਜਿਹੜਾ ਕਮਿਸ਼ਨ ਆਉਂਦਾ ਹੈ ਕੰਸਲਟੈਂਟ ਨੂੰ, ਦੈਟ ਇਜ਼ ਸਿਗਨੀਫਿਕੈਂਟਲੀ ਹਾਇਰ ਦੈਨ ਗਵਰਨਮੈਂਟ ਨਾਲੋਂ ਕੰਪੇਅਰ ਟੂ ਅ ਗਵਰਨਮੈਂਟ ਕਾਲਜ। ਅੱਛਾ, ਗਵਰਨਮੈਂਟ ਕਾਲਜ ਤੋਂ ਵੀ ਆਉਂਦਾ ਤੇ ਆਉਂਦਾ ਪ੍ਰਾਈਵੇਟ ਤੋਂ ਵੀ ਹੈ, ਪਰ ਪ੍ਰਾਈਵੇਟ ਦਾ ਬਹੁਤ ਜ਼ਿਆਦਾ ਹੈ। ਪ੍ਰਾਈਵੇਟ ਦਾ ਬਹੁਤ ਜ਼ਿਆਦਾ ਹੈ। ਗਵਰਨਮੈਂਟ
ਏਜੰਟ ਚਾਹੁੰਦਾ ਹੀ ਨਹੀਂ ਵੀ ਬੱਚਾ ਗਵਰਨਮੈਂਟ ਕਾਲਜ ਜਾਵੇ। ਬਿਲਕੁਲ, ਅਗਰ ਲੈਟਸ ਸੇ ਇੱਕ ਏਜੰਟ ਹੈ, ਉਹਦੇ ਕੋਲ ਦੋ ਆਪਸ਼ਨਸ ਨੇ ਕਿ ਇੱਕ ਪਾਸਿਓਂ ਮੈਨੂੰ 200 ਟਾਈਮਸ ਕਮਿਸ਼ਨ ਆ ਰਿਹਾ, ਤੇ ਆਬਵੀਅਸਲੀ ਕਿਤੇ ਨਾ ਕਿਤੇ ਇੰਟਰਸਟ ਤਾਂ ਰਹੇਗਾ ਨਾ ਕਿ ਬੱਚੇ ਨੂੰ ਉੱਧਰ ਭੇਜੋ। ਪਰ ਉਧਰ ਦੀ ਰੈਗੂਲੇਟਰੀ ਜਿਹੜੀ ਅਥਾਰਟੀ ਹੈ ਉਹਨੂੰ ਇਸ ਗੱਲ ਦਾ ਧਿਆਨ ਨਹੀਂ ਹੈਗਾ ਕਿ ਦੋ ਦੋ ਕਮਰਿਆਂ ਦੇ ਕਾਲਜਸ 'ਚ ਕਿੰਨੀ ਵੱਡੀ ਤਾਦਾਦ 'ਚ ਬੱਚਾ ਇੱਥੇ ਆ ਰਿਹਾ। ਉੱਥੇ ਦੇ ਜਿਹੜੇ ਪ੍ਰਾਈਵੇਟ ਕਾਲਜਸ ਦੇ ਜਿਹੜੇ ਹੈਗੇ ਨੇ ਉਹ ਰਜਿਸਟਰਡ ਹੈਗੇ ਨੇ, ਸੋ ਦੇਰ ਇਜ਼ ਨਥਿੰਗ ਰੋਂਗ ਇਨ ਦ ਪ੍ਰਾਈਵੇਟ ਕਾਲਜਸ। ਜਿੱਦਾਂ ਹੁਣ ਮੌਂਟਰੀਅਲ ਜਿਹੜੇ ਕਾਲਜ ਬੰਦ ਹੋਏ ਨੇ ਜੀ, ਰਜਿਸਟਰਡ ਤਾਂ ਉਹ ਵੀ ਸੀਗੇ, ਦੇ ਹੈਵ DLI ਨੰਬਰਸ ਜੀ। ਸੋ ਇਹ ਤਾਂ ਓਨਸ ਜਿਹੜਾ ਹੈ ਜਾਂ ਰਿਸਪੌਂਸਿਬਿਲਿਟੀ ਹੈ ਉਹ ਉਸ ਸਟੂਡੈਂਟ ਐਂਡ ਉਹਦੇ ਪੇਰੈਂਟਸ ਦੀ ਬਣਦੀ ਆ ਕਿ ਉਹ ਰਿਸਰਚ ਕਰਨ ਵੀ ਅਸੀਂ ਕਿਹੜਾ ਫੀਲਡ, ਕਿਹੜਾ ਕਾਲਜ ਤੇ ਕਿਹੜਾ ਪ੍ਰੋਗਰਾਮ ਚੂਜ਼ ਕਰਨਾ। ਤੁਸੀਂ ਬਲਾਈਂਡਲੀ ਜਾ ਕੇ ਇਹ ਨਹੀਂ ਕਹਿ ਸਕਦੇ ਜੀ ਕਿ ਆਹ ਚੱਕੋ ਫਾਈਲ ਤੇ ਸਾਡੇ ਬੱਚੇ ਨੂੰ ਕੈਨੇਡਾ ਭੇਜ ਦਿਓ। ਕਈ ਕਾਲਜਸ ਤੁਸੀਂ ਮੇਰੇ ਨਾਲ ਪਹਿਲਾਂ ਜ਼ਿਕਰ ਕਰ ਰਹੇ ਸੀ ਆਫ ਕੈਮਰਾ ਕਿ ਇਹੋ ਜਿਹੇ ਵੀ ਨੇ ਜਿੱਥੇ ਫੀਸ ਅੱਧੀ ਤੋਂ ਵੀ ਘੱਟ ਹੈ ਪ੍ਰਾਈਵੇਟ ਦੇ ਮੁਕਾਬਲੇ। ਬਿਲਕੁਲ, ਪ੍ਰਾਈਵੇਟ ਜੀ ਗਵਰਨਮੈਂਟ ਦੇ ਮੁਕਾਬਲੇ ਵੀ। ਹੁਣ ਕਾਲਜ ਆਫ ਦ ਨਾਰਥ ਅਟਲਾਂਟਿਕ ਹੈ ਜੀ, ਇਹ ਗਵਰਨਮੈਂਟ ਕਾਲਜ ਹੈ ਨਿਊਫਾਊਂਡਲੈਂਡ ਦੇ ਵਿੱਚ, ਐਂਡ ਇਟ ਇਜ਼ ਦ ਲਾਰਜੈਸਟ ਕਾਲਜ ਇਨ ਅਟਲਾਂਟਿਕ ਕੈਨੇਡਾ। 50 ਸਾਲ ਹੋ ਗਏ ਨੇ ਇਹਨਾਂ ਨੂੰ ਸਟੈਬਲਿਸ਼ ਹੋਏ 17 ਕੈਂਪਸ ਨੇ, ਪ੍ਰੋਗਰਾਮਸ ਐਨੀਵੇਅਰ ਫਰੋਮ ਇੰਜੀਨੀਅਰਿੰਗ ਟੂ ਬਿਜ਼ਨਸ, ਆਰਟਸ ਟੂ ਹੈਲਥ ਸਾਇੰਸਿਸ, ਸਾਰੀ ਫੈਕਲਟੀ ਦੇ ਪ੍ਰੋਗਰਾਮਸ ਅਵੇਲੇਬਲ ਨੇ। ਫੀਸ ਅੰਟੈਰੀਓ ਜਾਂ ਬਰੈਂਪਟਨ ਦੇ ਜਿਹੜੇ ਕਾਲਜਸ ਨੇ ਵੱਡੇ, ਉਹਨਾਂ ਦੇ ਕੰਪੈਰੀਟਿਵਲੀ ਹਾਫ ਹੈ। ਜੇ ਮਿਸਾਲ ਦੇ ਤੌਰ ਤੇ ਕਿਤੇ 20,000 ਹੈ ਤਾਂ ਇੱਥੇ 10,000, 9500, 9,000। ਤੁਹਾਡੀ 2 ਸਾਲ ਦੀ ਅਗਰ ਤੁਸੀਂ ਬਰੈਂਪਟਨ ਜਾਂਦੇ ਹੋ, ਫੀਸ ਰੇਂਜਸ ਫਰੋਮ 35,000 to 40,000। 2 ਸਾਲ ਦੀ ਠੀਕ ਹੈ। ਬਰੈਂਪਟਨ ਦਾ ਕੋਈ ਵੀ ਕਾਲਜ ਲੈ ਲਓ, 35 to 40 ਹੈ। ਇੱਥੇ ਜਿਹੜੀ ਫੀਸ ਹੈ ਐਨੀਵੇਅਰ ਫਰੋਮ ਡਿਪੈਂਡਿੰਗ ਔਨ ਦ ਪ੍ਰੋਗਰਾਮ 19 to 21,000 ਹੈ 2 ਸਾਲ ਦੀ। ਤਾਂ ਮਤਲਬ ਸਾਲ ਦੀ ਫੀਸ ਦੇ ਕੇ ਪਹਿਲਾਂ ਬੱਚਾ ਜਾਂਦਾ ਹੈ, ਤਾਂ ਯਾਨੀ ਕਿ 1 ਸਾਲ ਦਾ ਤਕਰੀਬਨ $10,000 ਦੇ ਕੇ ਉਹ ਜਾ ਸਕਦਾ ਹੈ। ਬਿਲਕੁਲ ਜੀ, 6-7 ਲੱਖ ਰੁਪਏ ਪੇ ਕਰਕੇ ਉਹ ਜਾ ਸਕਦਾ ਹੈ। ਬਿਲਕੁਲ ਬਿਲਕੁਲ। ਜੋ ਫੀਸ ਟ੍ਰੈਂਡ ਤਾਂ ਇਹ ਹੈ ਨਾ ਭਾਜੀ ਕਿ 15 ਲੱਖ ਦਿਓ, ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦਿਓ, ਤੇ ਲੋਕ ਤਾਂ ਉਧਰ ਜਾ ਰਹੇ ਆ ਸਾਰੇ। ਇਸੇ ਕਰਕੇ ਜਿਹੜਾ ਤੁਸੀਂ ਨਿਊਜ਼ ਵੀ ਸੁਣੀ ਹੋਣੀ ਆ ਵੀ ਜਿਹੜੇ 700 ਬੱਚੇ ਅਫੈਕਟਡ ਨੇ, ਜਿਹੜੇ ਇੱਥੋਂ ਗਏ ਸੀ ਫੇਕ ਆਫਰ ਲੈਟਰਸ ਲੈ ਕੇ, ਕਿਉਂਕਿ ਹੁਣ ਇਹ ਹੋਇਆ ਵੀ ਇਮੀਗ੍ਰੇਸ਼ਨ ਦੇ ਵਿੱਚ ਨਾ ਇਨਵੈਸਟਰਸ ਇਨਵੋਲਵ ਹੋ ਗਏ ਨੇ। ਉਹ ਫੀਲਡ ਇਹ ਹੋ ਗਿਆ ਕਿ ਤੁਸੀਂ ਜੀ ਸਾਰੇ ਪੈਸੇ ਮੈਨੂੰ ਵੀਜ਼ਾ ਲੈਣ ਤੋਂ ਬਾਅਦ ਦੇ ਦਿਓ, ਬਟ ਗਰਾਊਂਡ ਰਿਐਲਿਟੀ ਸਾਰਿਆਂ ਨੂੰ ਇਹ ਸਮਝਣੀ ਚਾਹੀਦੀ ਹੈ ਕਿ ਇੱਕ ਥਰਡ ਪਾਰਟੀ ਤੁਹਾਡੇ ਬੱਚੇ ਤੇ ਕਿਉਂ ਪੈਸਾ ਇਨਵੈਸਟ ਕਰ ਰਹੀ ਹੈ। ਇਨਵੈਸਟਰ ਦਾ ਗੇਨ ਇਹ ਆ, ਉਹਦਾ ਮੋਟਿਵ ਇਹ ਆ ਕਿ ਮੈਂ ਰਿਟਰਨ ਔਨ ਇਨਵੈਸਟਮੈਂਟ ਜਿਹੜੀ ਹੈ ਮੈਂ ਮੈਕਸੀਮਾਈਜ਼ ਕਰਨੀ ਹੈ। ਰਿਟਰਨ ਔਨ ਇਨਵੈਸਟਮੈਂਟ ਮੈਕਸੀਮਾਈਜ਼ ਕਿੱਦਾਂ ਹੋਏਗੀ? ਮੈਂ ਤੁਹਾਡੀ ਫੇਕ ਆਫਰ ਲੈਟਰ ਵਿਦ ਫੇਕ ਟਿਊਸ਼ਨ ਫੀ ਰਿਸੀਟ ਲਾ ਦਿਆਂ, ਮੇਰਾ ਕੋਈ ਖਰਚਾ ਨਹੀਂ ਹੋਇਆ, ਬੱਚਾ ਤੁਹਾਡਾ ਜੇ ਉੱਥੇ ਪਹੁੰਚ ਗਿਆ ਤਾਂ ਮੈਂ ਤੁਹਾਡੇ ਤੋਂ 15 ਲੱਖ 18 ਲੱਖ ਰੁਪਈਆ ਐਜ਼ ਅ ਪੈਕੇਜ ਸਿਸਟਮ ਲੈ ਲਿਆ। ਠੀਕ ਹੈ। ਕਿਤੇ ਨਾ ਕਿਤੇ ਬੱਚੇ ਦੀ ਵੀ ਗਲਤੀ ਆ ਜਦੋਂ ਕਿ ਉਹ ਰਿਅਲਾਈਜ਼ ਕਰ ਰਹੇ ਨੇ ਕਿ ਬਾਕੀ ਕਾਲਜਸ 'ਚ ਮੈਨੂੰ ਫੀਸ ਐਂਡ GIC ਭਰਨਾ ਪੈਣਾ, ਇੱਥੇ ਤਾਂ ਮੇਰਾ ਰੁਪਈਆ ਨਹੀਂ ਲੱਗਿਆ। ਅੱਛਾ, ਉਸ ਤੋਂ ਬਾਅਦ ਜਦੋਂ ਬੱਚੇ ਉੱਥੇ ਜਾਂ ਸੈਕਿੰਡ ਉਹਨਾਂ ਦਾ ਇਨਵੈਸਟਰਸ ਦਾ ਹੈਗਾ ਕਿ ਇਹਨਾਂ ਨੂੰ ਪ੍ਰਾਈਵੇਟ ਕਾਲਜ ਭੇਜ ਦਿਓ, ਪਰ ਉਹ ਇਹ ਸੋਚਦਾ ਨਾ ਜੇ ਵੀਜ਼ਾ ਨਾ ਲੱਗਿਆ ਤੇ ਮੇਰਾ ਨੁਕਸਾਨ ਕੋਈ ਨਹੀਂ ਹੋਇਆ। ਕਈ ਵਾਰੀ ਤੁਸੀਂ GIC ਭਰੀ, ਤੁਸੀਂ ਉਸ ਤੋਂ ਬਾਅਦ ਫੀਸ ਭਰੀ ਹੈ, ਵੀਜ਼ਾ ਰਿਜੈਕਟ ਹੁੰਦਾ, ਲੋਕਾਂ ਨੂੰ ਇਹ ਲੱਗਦਾ ਕਿ ਸਾਡੇ ਕੋਈ 1,50,000 2 ਲੱਖ ਰੁਪਏ ਕੱਟ ਕੇ ਆਊਗਾ, ਸਾਨੂੰ ਨੁਕਸਾਨ ਹੁੰਦਾ ਉਸ ਗੱਲ 'ਚ। ਦੇਖੋ, ਇਹ ਵੀ ਇੱਕ ਬੜੀ ਮਿਸਕਨਸੈਪਸ਼ਨ ਆ ਕਿ ਇੰਨੀ ਜ਼ਿਆਦਾ ਜਿਹੜੀ ਅਮਾਊਂਟ ਹੈ ਉਹ ਡਿਡਕਟ ਹੋਏਗੀ। ਅਗਰ ਗਵਰਨਮੈਂਟ ਕਾਲਜ ਜਾਂਦੇ ਹੋ ਤਾਂ ਉਹ ਰੈਗੂਲਰ ਆਪਣੀ $250 ਜਾਂ $300 ਤੁਹਾਡੇ ਡਿਡਕਟ ਕਰਦੇ ਨੇ। ਬਾਕੀ ਤੁਹਾਡਾ ਡਾਲਰ ਰੇਟ ਜਿਹੜਾ ਹੈ ਉਹ ਈਜ਼ੀਲੀ ਮੁੜ ਜਾਂਦਾ ਪੈਸਾ। ਬਿਲਕੁਲ ਮੁੜਦਾ ਜੀ, ਕਿਉਂਕਿ ਬਹੁਤ ਵੱਡੀ ਗਿਣਤੀ ਠੱਗੀ ਹੋਈ ਨਾ ਇੰਨੇ ਸਾਲਾਂ 'ਚ ਪੰਜਾਬ ਦੇ ਵਿੱਚ ਲੋਕਾਂ ਨਾਲ। ਏਜੰਟ ਭਰ ਦਿੰਦਾ ਸੀ, ਫਿਰ ਮੋੜਦਾ ਨਹੀਂ ਸੀ, ਲੋਕ ਉਹਦੇ ਗੇੜੇ ਮਾਰਦੇ ਰਹਿੰਦੇ ਸੀ। ਹੁਣ ਲੋਕਾਂ ਨੂੰ ਸੌਖਾ ਲੱਗਦਾ ਹੈ ਵੀ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਭਾਵੇਂ 2 ਲੱਖ 4 ਲੱਖ ਵੱਧ ਦੇ ਦਿਓ। ਬਟ ਫਿਰ ਆ ਜਿਹੜੇ 700 ਵਾਲਿਆਂ ਨਾਲ ਹੋਇਆ, ਇਹ ਕੱਲ ਨੂੰ ਤੁਹਾਡੇ ਬੇਟੇ ਨਾਲ ਬੇਟੀ ਨਾਲ ਹੋ ਸਕਦਾ। ਵਾਪਸੀ ਡੈਪੋਟੇਸ਼ਨ ਵੀ ਹੋ ਸਕਦੀ ਆ। ਤੇ ਜੇ ਡੈਪੋਟੇਸ਼ਨ ਨਹੀਂ ਵੀ ਹੁੰਦੀ, ਤੁਸੀਂ ਹੁਣ ਦੇਖੋ ਬੱਚੇ ਉੱਥੇ ਜਾ ਕੇ ਇੱਕ ਡਿਫਰੈਂਟ ਕਾਲਜ ਪੜ੍ਹ ਲਏ, ਪ੍ਰੋਗਰਾਮ ਕੰਪਲੀਟ ਕਰ ਲਿਆ, ਆਪਦੀ ਫੀਸ ਉਹਨਾਂ ਨੇ ਪੇ ਕਰਤੀ। ਠੀਕ ਹੈ ਜੀ। ਸੋ ਜਿਹੜਾ 35 to 40,000 ਦਾ ਖਰਚਾ ਉਹਨਾਂ ਨੇ ਉਹ ਆਪਦਾ ਪੂਰਾ ਕਰ ਲਿਆ ਜੀ। ਵਰਕ ਪਰਮਿਟ ਆਇਆ, ਉਸ ਤੋਂ ਬਾਅਦ ਕੰਮ ਵੀ ਕਰ ਲਿਆ। ਪੇਰੈਂਟਸ ਵੀ ਇੱਥੇ ਐਕਸਪੈਕਟ ਕਰ ਰਹੇ ਨੇ ਕਿ ਸਾਡਾ ਬੱਚਾ ਸੈਟਲ ਹੋ ਗਿਆ, ਕੱਲ੍ਹ ਨੂੰ ਸਾਡੀ ਲਾਈਫ ਸੈਟਲ ਹੋ ਜਾਏਗੀ। ਬਿਲਕੁਲ। PR ਫਾਈਲ ਕਰਤੀ, ਹੁਣ ਉੱਥੋਂ ਨਿਊਜ਼ ਆ ਰਹੀ ਹੈ ਕਿ ਨਹੀਂ ਜੀ ਤੁਹਾਡੀ ਫੇਕ ਆਫਰ ਲੈਟਰ ਸੀਗੀ ਜਾਂ ਤੁਹਾਡੇ ਫੇਕ ਡਾਕੂਮੈਂਟ ਸੀਗੇ, ਆਹ ਸੈਕਸ਼ਨ ਦੇ ਅੰਡਰ ਤੁਹਾਨੂੰ ਤੁਸੀਂ ਆਪਦਾ ਵਾਪਸ ਇੰਡੀਆ। PR ਫਾਈਲ ਕਰਨ ਵੇਲੇ ਸਾਰਾ ਕੁਝ ਚੈੱਕ ਹੁੰਦਾ, ਉਦੋਂ ਇਹਨਾਂ ਦਾ ਚੈੱਕ ਹੋ ਗਿਆ ਜੀ। ਤੇ ਜਿਹੜੀ ਪਰਮਾਨੈਂਟ ਰੈਜ਼ੀਡੈਂਸੀ ਹੈ ਨਾ, ਇੱਥੇ ਮੈਂ ਵਿਊਅਰਸ ਨੂੰ ਇਹ ਦੱਸ ਦਿਆਂ, ਪਰਮਾਨੈਂਟ ਰੈਜ਼ੀਡੈਂਸੀ ਇਜ਼ ਨਾਟ ਪਰਮਾਨੈਂਟ। ਅਗਰ ਤੁਸੀਂ ਫਰੋਜੂਲੈਂਟ ਡਾਕੂਮੈਂਟਸ ਕਿਤੇ ਵੀ ਤੁਸੀਂ ਕਰੇ ਨੇ ਤਾਂ ਤੁਹਾਡੀ ਜਿਹੜੀ ਪਰਮਾਨੈਂਟ ਰੈਜ਼ੀਡੈਂਸੀ ਹੈ ਉਹ ਕੈਂਸਲ ਹੋ ਸਕਦੀ ਹੈ। ਪਰ ਕੀ ਏਜੰਟ ਐਟ ਫਾਲਟ ਹੈ? ਹੋ ਸਕਦਾ ਬੱਚੇ ਨੂੰ ਪਤਾ ਹੀ ਨਾ ਹੋਵੇ ਕਿ ਫਰਾਡ ਮੇਰੇ ਫੇਕ ਡਾਕੂਮੈਂਟਸ ਲਾਏ ਹੈ। ਦੇਖੋ, ਏਜੰਟ ਦੀ ਤਾਂ ਗਲਤੀ ਹੈ ਹੀ ਹੈ, ਬਿਕੋਜ਼ ਉਹਨਾਂ ਨੇ ਤਾਂ ਆਪਦਾ ਇੱਕ ਬਿਜ਼ਨਸ ਮਾਡਲ ਚਲਾਇਆ। ਦੇ ਵਾਂਟਡ ਟੂ ਗੈਟ ਦ ਮੈਕਸਿਮਮ ਮੋਨਿਟਰੀ ਟ੍ਰੈਕਸ਼ਨ ਆਊਟ ਆਫ ਦੈਟ ਟ੍ਰਾਂਜੈਕਸ਼ਨ।
ਬਟ ਬੱਚੇ ਦੀ ਰਿਸਪੌਂਸਿਬਿਲਟੀ ਤਾਂ ਬਣਦੀ ਆ ਨਾ, ਪੇਰੈਂਟਸ ਦੀ ਰਿਸਪੌਂਸਿਬਿਲਟੀ ਬਣਦੀ ਆ। ਤੁਸੀਂ ਇੰਨਾ ਕਿਉਂ ਕਿਸੇ ਤੇ ਬਲਾਈਂਡਲੀ ਟਰਸਟ ਕਰ ਰਹੇ ਹੋ? ਹੁਣ ਤੁਹਾਨੂੰ ਕਾਲਜ ਤੋਂ ਆਫਰ ਲੈਟਰ ਆ ਗਈ, ਠੀਕ ਹੈ, ਫੀਸ ਲਿਖੀ ਹੋਈ ਆ, ਤੁਸੀਂ ਕਿਉਂ ਬੈਂਕ ਜਾ ਕੇ ਆਪਦੀ ਫੀਸ ਨਹੀਂ ਪੇ ਕਰ ਰਹੇ? ਤੁਸੀਂ ਕਿਉਂ ਆਪ ਪੇ ਕਰੋ? ਤੁਸੀਂ ਕਿਉਂ ਏਜੰਟ ਨੂੰ ਕਹਿ ਰਹੇ ਹੋ ਕਿ ਤੁਸੀਂ ਸਾਡੀ ਫੀਸ ਪੇ ਕਰੋ? GIC ਆ ਗਿਆ ਤੁਹਾਡਾ, ਤੁਹਾਨੂੰ ਬੈਂਕ ਜਾ ਕੇ GIC ਨਹੀਂ ਪੇ ਕਰਨਾ ਆ ਰਿਹਾ। ਤੁਸੀਂ ਜਾਓ, ਤੁਸੀਂ ਕੈਨੇਡਾ ਜਾ ਕੇ ਐਜੂਕੇਸ਼ਨ ਲੈਣੀ ਆ, ਤੁਸੀਂ ਉੱਥੇ ਜਾ ਕੇ ਤਾਂ ਰਿਸਪੌਂਸਿਬਿਲਟੀ ਲੈਣੀ ਆ ਨਾ। ਫੋਰ ਐਗਜ਼ਾਮਪਲ, ਜਦੋਂ ਮੈਂ ਵੈਸਟਰਨ 'ਚ ਸੀਗਾ, ਸਾਡੀ ਸੁਪਰ ਸਾਈਕੋਲੋਜੀ ਦੀ ਕਲਾਸ ਸੀ, 1200 ਬੱਚਾ ਇੱਕ ਟਾਈਮ ਤੇ ਕਲਾਸ ਅਟੈਂਡ ਕਰਦਾ ਸੀ। ਐਜ਼ ਅ ਸਟੂਡੈਂਟ ਮੇਰੀ ਰਿਸਪੌਂਸਿਬਿਲਟੀ ਸੀ ਕਲਾਸ ਲਾਉਣਾ, ਅਟੈਂਡੈਂਸ ਤਾਂ ਲੱਗ ਨਹੀਂ ਰਹੀ 1200 ਦੀ, ਤੇ ਮੈਜੋਰਿਟੀ ਕਲਾਸ ਲੱਗ ਰਹੀ ਸੀ। ਬਿਲਕੁਲ। ਇੰਡੀਆ ਵਾਲਾ ਬੱਚਾ ਜਿਹੜਾ ਜਾ ਰਿਹਾ, ਸਾਰੇ ਨਹੀਂ ਬਟ ਮੈਜੋਰਿਟੀ ਉਹਨਾਂ 'ਚ ਰਿਸਪੌਂਸਿਬਿਲਿਟੀ ਨੂੰ ਹੀ ਨਹੀਂ ਸਮਝ ਰਹੇ। ਕੈਨੇਡਾ ਜਾ ਕੇ ਫਰੀਡਮ ਐਕਸਪੀਰੀਅੰਸ ਕਰ ਰਹੇ ਨੇ, ਬਟ ਫਰੀਡਮ ਦੇ ਨਾਲ ਜਿਹੜੀ ਰਿਸਪੌਂਸਿਬਿਲਿਟੀ ਆ ਉਹ ਨਹੀਂ ਸਮਝੀ ਜਾ ਰਹੀ। ਤੁਸੀਂ ਇੱਥੇ ਰਿਸਪੌਂਸਿਬਲ ਬਣੋ, ਪ੍ਰੋਗਰਾਮ ਚੂਜ਼ ਕਰੋ, ਕਾਲਜ ਚੂਜ਼ ਕਰੋ, ਉਹ ਤਾਂ ਰਿਸਰਚ ਕਰ ਸਕਦੇ ਹੋ ਨਾ। ਤੁਸੀਂ ਕਹਿ ਰਹੇ ਸੀ ਕਿ ਕਈ ਬੱਚੇ ਐਸੇ ਮਿਲਦੇ ਜਿਹੜੇ ਆ ਕੇ ਕਹਿੰਦੇ ਉਸ ਕਾਲਜ ਭੇਜ ਦਿਓ ਜਿੱਥੇ ਪੜ੍ਹਾਈ ਨਾ ਹੋਵੇ। ਇਹ ਟ੍ਰੈਂਡ ਘਾਤਕ ਨਹੀਂ ਹੈ? ਬਹੁਤ ਘਾਤਕ ਆ ਜੀ। ਤੁਹਾਡੀ ਗਰੋਥ ਹੀ ਨਹੀਂ ਹੋ ਰਹੀ। ਜਿਹੜਾ ਤੁਸੀਂ 12th ਤੱਕ ਜਿਹੜਾ ਤੁਸੀਂ ਲੈਵਲ ਆ, ਤੁਹਾਡੀ ਕਾਲਜ ਛੱਡੋ, ਤੁਹਾਡੀ ਪਰਸਨਲ ਲੈਵਲ ਤੇ ਗਰੋਥ ਨਹੀਂ ਹੋ ਰਹੀ। ਤੁਸੀਂ ਕੁਝ ਸਿੱਖ ਹੀ ਨਹੀਂ ਰਹੇ। ਠੀਕ ਹੈ, ਸੋ ਇਹ ਤਾਂ ਬਹੁਤ ਜਿਹੜੀ ਤੁਹਾਡਾ ਡਾਊਨਵਰਡ ਜਿਹੜੀ ਸਲੋਪ ਹੈ, ਇਹ ਤਾਂ ਉਹ ਟ੍ਰੈਂਡ ਹੈ। ਪਰ ਤੁਸੀਂ ਐਜ਼ ਅ ਕਮਿਊਨਿਟੀ ਵੀ ਇਹਨੂੰ ਅਲਾਰਮਿੰਗ ਮੰਨਦੇ ਹੋ ਕਿ ਜੇ ਸਾਰਾ ਪੰਜਾਬ ਵਾਈਟ ਕਾਲਰ ਵਾਲੇ ਅਟਰੈਕਸ਼ਨ ਨੂੰ ਛੱਡ ਕੇ, ਜਾਂ ਉੱਥੇ ਇੱਕ ਪਾਸੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਪੜ੍ਹੀਏ ਔਰ ਉੱਥੇ ਹਾਈਐਸਟ ਪੋਜੀਸ਼ਨ ਸੋਸਾਇਟੀ ਦੇ ਵਿੱਚ ਲਈਏ, ਦੂਜੇ ਪਾਸੇ ਜੇ ਅੱਜ ਸਾਡਾ ਸਟੂਡੈਂਟ ਇਹ ਸੋਚ ਕੇ ਜਾ ਰਿਹਾ ਮੈਂ ਸਿਰਫ ਉਹ ਜੌਬਸ ਕਰਨੇ, ਹਾਲਾਂਕਿ ਹਰ ਤਰ੍ਹਾਂ ਦਾ ਕੰਮ ਸਤਿਕਾਰਤ ਹੈ, ਭਾਵੇਂ ਟਰੱਕ ਚਲਾਉਣਾ, ਭਾਵੇਂ ਕਿਤੇ ਕਰਨਾ ਹੈ, ਪਰ ਉਹ ਐਜੂਕੇਟਡ ਵਾਲੇ ਕਲਾਸ ਵਾਲੇ ਪਾਸੇ ਜਾਣਾ ਨਹੀਂ ਚਾਹ ਰਿਹਾ, ਤਾਂ ਐਜ਼ ਅ ਸੋਸਾਇਟੀ ਵੀ ਸਾਡੇ ਵਾਸਤੇ ਅਲਾਰਮਿੰਗ ਨਹੀਂ ਹੈ? ਬਿਲਕੁਲ ਅਲਾਰਮਿੰਗ ਹੈ ਜੀ, ਬਿਕਾਜ਼ ਤੁਹਾਨੂੰ ਤਾਂ ਫਿਰ ਜੌਬਸ ਹੀ ਬਲੂ ਕਾਲਰ ਜਾਂ ਉਹ ਮਿਲ ਰਹੀਆਂ ਨੇ। ਨਥਿੰਗ ਰੋਂਗ ਇਨ ਦੋਜ਼, ਬਟ ਤੁਸੀਂ ਪਹਿਲੇ ਦਿਨ ਤੋਂ ਹੀ ਆਪਣੇ ਆਪ ਨੂੰ ਫੇਲੀਅਰ ਲਈ ਨਹੀਂ ਨਾ ਸੈਟਅਪ ਕਰ ਸਕਦੇ। ਇਹ ਬਹੁਤ ਅੱਛੀ ਗੱਲ ਕਹੀ ਤੁਸੀਂ। ਠੀਕ ਹੈ, ਤੁਸੀਂ ਫਰਸਟ ਡੇ ਹੀ ਇਹ ਐਕਸਪੈਕਟ ਕਰ ਰਹੇ ਹੋ ਕਿ ਮੈਂ ਤਾਂ ਜੀ ਬਸ ਆਹ ਜੌਬ ਕਰਨੀ ਆ ਜਾ ਕੇ। ਤੁਹਾਡਾ ਗੋਲ ਹੀ ਉਹ ਹੈ, ਚਾਹੇ ਉਹ ਜੌਬ ਕਰੋ ਬਟ ਸਟੱਡੀ ਤਾਂ ਕੰਪਲੀਟ ਕਰੋ ਨਾ। ਆਪਦੀ ਇੱਕ ਵਧੀਆ ਕਾਲਜ ਤੋਂ ਇੱਕ ਆਪਦੀ ਐਜੂਕੇਸ਼ਨ ਤਾਂ ਲਓ ਨਾ। ਐਜੂਕੇਸ਼ਨ ਕੱਲੀ ਜੌਬ ਲਈ ਤਾਂ ਲੈਣੀ ਨਹੀਂ, ਤੁਹਾਡੀ ਪਰਸਨਲ ਗਰੋਥ ਵੀ ਹੋ ਰਹੀ ਹੈ। ਤੁਹਾਡੀ ਸੋਚ ਜਿਹੜੀ ਹੈਗੀ ਆ, ਜੋ ਤੁਹਾਡਾ ਥਾਟ ਪ੍ਰੋਸੈਸ ਹੈ, ਉਹ ਵੀ ਸਟੱਡੀ ਬਹੁਤ ਮੈਟਰ ਕਰਦੀ ਹੈ ਐਜੂਕੇਸ਼ਨ ਉਸ ਚੀਜ਼ ਲਈ। ਇੱਥੇ ਰਹਿ ਕੇ ਜਿਵੇਂ ਸਰਕਾਰੀ ਨੌਕਰੀ ਕਰਨਾ ਚਾਹੁੰਦਾ ਹਰੇਕ ਨੌਜਵਾਨ, ਬਹੁਤ ਜ਼ਿਆਦਾ ਐਸਪੀਰੇਸ਼ਨ ਰਹਿੰਦੀ ਹੈ, ਕੈਨੇਡਾ ਜਾ ਕੇ ਕਿਉਂ ਬਦਲ ਜਾਂਦੀ? ਉੱਥੇ ਜਾ ਕੇ ਪੜ੍ਹ ਕੇ ਗਵਰਨਮੈਂਟ ਜੌਬਸ ਵਾਲੇ ਪਾਸੇ ਨਹੀਂ ਜਾਣਾ ਚਾਹੁੰਦਾ ਉਹ? ਨਹੀਂ, ਬਹੁਤ ਘੱਟ ਜਾਂਦੇ ਨੇ ਜੀ। ਗਵਰਨਮੈਂਟ ਜੌਬਸ ਆਪਣੇ ਲੈ ਰਹੇ ਨੇ, ਸਪੈਸ਼ਲੀ ਜਿਹੜੇ ਅਰਬਨ ਏਰੀਆਜ਼ ਦੇ ਸਟੂਡੈਂਟਸ ਨੇ ਉਹ ਉੱਧਰ ਜਾ ਰਹੇ ਨੇ। ਬਟ ਮੈਨੂੰ ਇਹ ਲੱਗਦਾ ਵੀ ਆਪਣਾ ਜਿਹੜਾ ਰੂਰਲ ਏਰੀਆ ਨਾ, ਦੇਖੋ ਅਗਰ ਅਸੀਂ ਅੱਜ ਤੋਂ ਪੰਜਾਬ ਦੀ ਗੱਲ ਕਰੀਏ ਕੁਛ ਟਾਈਮ ਪਹਿਲਾਂ, ਤਾਂ ਆਪਣੇ ਜਿਹੜੇ ਸਾਇੰਟਿਸਟ ਹੋਏ ਨੇ ਜਾਂ ਇੱਥੇ PAU ਦੇ ਵੀ ਜਿਹੜੇ ਕਾਫੀ ਹਾਈ ਪੋਜੀਸ਼ਨ ਜਿਹੜੇ ਆਪਣੇ ਪ੍ਰੋਫੈਸਰਸ ਹੋਏ ਨੇ ਜਾਂ ਹੋਰ ਤੁਹਾਡੇ ਗਵਰਨਮੈਂਟ ਅਫੀਸ਼ੀਅਲਸ ਹੋਏ ਨੇ, ਉਹਨਾਂ ਦੀ ਬੈਕਗਰਾਊਂਡ ਤਾਂ ਰੂਰਲ ਸੀ ਨਾ, ਪੜ੍ਹ ਰਹੇ ਸੀਗੇ। ਬਿਲਕੁਲ। ਹੁਣ ਉਹ ਰੁਝਾਨ ਹੀ ਖਤਮ ਹੋ ਗਿਆ ਕਿ ਅਸੀਂ ਪੜ੍ਹਨਾ ਹੀ ਨਹੀਂ। ਹੁਣ ਇੱਥੇ ਤੁਹਾਡੇ ਖੰਨੇ ਕੋਲ ਪਿੰਡ ਆ, ਸਾਡੀ ਰਿਸ਼ਤੇਦਾਰੀ ਵੀ ਉੱਥੇ ਧਮੋਟ ਜੀ, ਉੱਥੇ ਲਾਇਬ੍ਰੇਰੀ ਆ ਪਿੰਡ 'ਚ ਬਕਾਇਦਾ। ਜਦੋਂ ਅਸੀਂ ਛੋਟੇ ਹੁੰਦੇ ਸੀ, ਅਸੀਂ ਦੇਖਿਆ ਉੱਥੇ ਪਿੰਡ ਦੇ ਬੰਦਿਆਂ ਨੂੰ ਲਾਇਬ੍ਰੇਰੀ ਜਾ ਕੇ ਬੁੱਕਸ ਲੈ ਕੇ ਪੜ੍ਹਦੇ ਹੋਏ, ਮੈਂ ਖੁਦ ਵੇਖਿਆ। ਤੇ ਮੈਨੂੰ ਨਹੀਂ ਲੱਗਦਾ ਅੱਜ ਕੋਈ ਜਾ ਕੇ ਉੱਥੇ ਬੁੱਕਸ ਪੜ੍ਹਦਾ ਹੋਊਗਾ, ਕਿਉਂਕਿ ਰੁਝਾਨ ਹੀ ਖਤਮ ਹੋ ਰਿਹਾ ਵੀ ਨਹੀਂ ਅਸੀਂ ਪੜ੍ਹਨਾ ਨਹੀਂ ਜੀ, ਪੜ੍ਹਾਈ ਤੋਂ ਬਿਨਾਂ ਦੇ ਦਿਓ। ਆ ਜਿਹੜਾ ਮੈਰਿਜ ਵਾਲਾ ਇੱਥੇ ਚੱਲ ਰਿਹਾ ਕਿ ਕੁੜੀ ਨੇ ਆਇਲਸ ਕਰ ਲਿਆ ਜੀ ਤੇ ਮੁੰਡੇ ਨਾਲ ਵਿਆਹ ਕਰਾ ਕੇ ਕਰ ਦਿਓ, ਖਰਚਾ ਕਰ ਦਿੰਦੇ, ਖਰਚਾ ਉਹ ਕਿਤੇ ਨਾ ਕਿਤੇ ਦੈਟ ਕਮਸ ਅਰਾਊਂਡ ਦਿਸ ਨਾ, ਕਿ ਜਿਹੜਾ ਮੁੰਡਾ ਹੈ ਉਹ ਪਹਿਲਾਂ ਹੀ ਗਿਵ ਅਪ ਕਰੀ ਬੈਠਾ ਕਿ ਮੇਰੇ ਤੋਂ ਤਾਂ ਹੋਣਾ ਹੀ ਕੁਛ ਨਹੀਂ, ਮੈਂ ਤਾਂ ਪੜ੍ਹ ਹੀ ਨਹੀਂ ਸਕਦਾ। ਬਾਕੀ ਤਾਂ ਛੱਡੋ, ਆਇਲਸ ਤੇ ਹੀ ਗਿਵ ਅਪ ਕਰ ਜਾਂਦੇ। ਆਇਲਸ ਤੇ ਹੈ ਲੈਂਗੁਏਜ, ਉਹ ਅਗਰ ਪ੍ਰੋਪਰ ਉਹਦੀ ਤਿਆਰੀ ਕਰੋਗੇ ਕਿੱਡਾ ਹੋਊਗਾ ਕਿ ਤੁਹਾਡੇ ਤੋਂ ਆਇਲਸ ਹੀ ਨਹੀਂ ਕਲੀਅਰ ਹੋ ਰਿਹਾ। ਪਰ ਕੀ ਉੱਥੋਂ ਸਰਕਾਰ ਅਵੇਅਰ ਹੈ ਇਸ ਗੱਲ ਦੇ ਉੱਤੇ ਵੀ ਇਸ ਟ੍ਰੈਂਡ ਦੇ ਵਿੱਚ ਬੱਚੇ ਐ ਆ ਰਹੇ ਔਰ ਵਿਆਹ ਕਰਕੇ ਕੁੜੀਆਂ ਦੇ ਔਰ ਪੈਸੇ ਦਿੱਤੇ ਜਾ ਰਹੇ, ਜਾਂ ਉਹਨਾਂ ਨੂੰ ਫਰਕ ਨਹੀਂ ਪੈਂਦਾ, ਉਹਨਾਂ ਨੂੰ ਸਿਰਫ ਆਪਣੇ ਪੈਸੇ ਨਾਲ ਮਤਲਬ ਹੈ ਕਿ ਬਹੁਤ ਵੱਡਾ ਇਨਟੇਕ ਜਿਹੜਾ ਆਉਂਦਾ ਹੈ ਉਹਦੇ 'ਚ ਉਹਨਾਂ ਦੀ ਇਕਨੋਮੀ ਕੈਨੇਡਾ ਦੀ ਚੱਲ ਰਹੀ ਹੈ? ਦੇਖੋ ਇਕਨੋਮੀ ਚੱਲ ਰਹੀ ਆ, ਬਟ ਐਟ ਦ ਸੇਮ ਟਾਈਮ ਦ ਗਵਰਨਮੈਂਟ ਡਜ਼ ਨਾਟ ਵਾਂਟ ਮੈਰਿਜਸ ਆਫ ਕਨਵੀਨੀਅੰਸ। ਉਹ ਗਵਰਨਮੈਂਟ ਦਾ ਇਹ ਇੰਟਰਸਟ ਨਹੀਂ ਆ ਕਿ ਚਲੋ ਜੀ ਜੋ ਵੀ ਆਵੇ ਉਹ ਰਾਜੀ ਜਾਵੇ, ਤੇ ਅਸੀਂ ਦੇ ਹੈਵ ਅ ਸਟ੍ਰਿਕਟ ਪਾਲਿਸੀ, ਬਟ ਯੈਸ ਮਿਸਯੂਜ਼ ਹੋ ਰਿਹਾ ਹੈ। ਐਂਡ ਨਾਓ ਅਸੀਂ ਦੇਖ ਰਹੇ ਹਾਂ ਕਿ ਹੁਣ ਓਪਨ ਜਿਹੜੇ ਵਰਕ ਪਰਮਿਟਸ ਲੱਗਦੇ ਸੀ ਉਹਨਾਂ ਦੀ ਰਿਫਿਊਜ਼ਲਸ ਵੀ ਆ ਰਹੀਆਂ ਨੇ। that has increased, ਤੇ ਉਹ ਕਿਤੇ ਨਾ ਕਿਤੇ ਫੈਕਟਰ ਹੈਗਾ। ਤਾਂ ਤੁਸੀਂ ਹੈਰਾਨ ਹੋਏ ਹੋ ਇੱਥੇ ਆ ਕੇ ਜੋ ਸਿਸਟਮ ਚੱਲ ਰਿਹਾ ਹੈ? ਬਹੁਤ ਜ਼ਿਆਦਾ, ਬਹੁਤ ਜ਼ਿਆਦਾ। ਉੱਥੋਂ ਦੇ ਏਜੰਟਸ ਤੇ ਇੱਥੋਂ ਦੇ ਏਜੰਟਸ 'ਚ ਫਰਕ ਹੈਗਾ? ਬਿਲਕੁਲ ਬਿਲਕੁਲ, ਬਹੁਤ ਜ਼ਿਆਦਾ ਫਰਕ ਆ। ਕੀ ਮਹਿਸੂਸ ਹੋਇਆ? ਦੇਖੋ ਉੱਥੇ ਐਜ਼ RCIC ਮੈਂਬਰ ਸਾਡੀ ਰੈਗੂਲੇਟਰੀ ਬੋਡੀ ਹੈ, ਸੋ ਅਗਰ ਤੁਸੀਂ ਇਮੀਗ੍ਰੇਸ਼ਨ ਦੀ ਐਡਵਾਈਸ ਦੇਣੀ ਆ, ਯੂ ਹੈਵ ਟੂ ਬੀ ਅ ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ। RCIC ਸਾਡੀ ਡੈਜ਼ਿਗਨੇਸ਼ਨ ਹੈ, ਤੇ CICC ਜਿਹੜੀ ਹੈ ਉਹ ਸਾਡੀ ਰੈਗੂਲੇਟਰੀ ਬੋਡੀ ਹੈ ਜੀ। ਦੇਰ ਆਰ ਸਰਟਨ ਪੈਰਾਮੀਟਰਸ ਜਿਹੜਾ ਤੁਸੀਂ ਨਹੀਂ ਕਹਿ ਸਕਦੇ, ਉੱਥੇ ਗਾਰੰਟੀ ਨਹੀਂ ਦੇ ਸਕਦੇ, ਸ਼ੋਰਿਟੀ ਨਹੀਂ ਦੇ ਸਕਦੇ। ਇੱਥੇ 100% ਵੀਜ਼ਾ ਗਾਰੰਟੀ ਨਹੀਂ ਦਿੰਦੇ ਤੁਸੀਂ? ਸਾਡਾ ਰਿਟੇਨਰ ਐਗਰੀਮੈਂਟ ਹੀ ਕਹਿੰਦਾ। ਇੱਥੇ ਤਾਂ ਭਰਿਆ ਪਿਆ 100% ਵੀਜ਼ਾ ਗਾਰੰਟੀ। ਜਲੰਧਰ ਬੱਸ ਸਟੈਂਡ ਤੇ ਜਾ ਕੇ ਬੋਰਡ ਪੜ੍ਹੋ ਤੁਸੀਂ।
ਐਂਡ ਜਿਹੜੇ ਉਹ ਇੱਥੇ ਮਾਰਕੀਟਿੰਗ ਟੈਕਟਿਕਸ ਜ਼ਿਆਦਾ ਨੇ। ਫੇਕ ਹੈ ਇਹ ਗੱਲ, ਇਹ ਬਿਲਕੁਲ ਸਹੀ ਨਹੀਂ ਹੈ, ਵਾਜਬ ਨਹੀਂ। 100% ਵੀਜ਼ਾ ਸਕਸੈਸ ਰੇਟ ਹੋ ਹੀ ਨਹੀਂ ਸਕਦਾ। ਯੂ ਕੈਨੋਟ ਕਲੇਮ ਦੈਟ। ਕੋਈ ਵੀ ਨਹੀਂ ਦੇ ਸਕਦਾ। ਕੋਈ ਵੀ ਨਹੀਂ ਦੇ ਸਕਦਾ। ਤੁਸੀਂ ਵੀ ਨਹੀਂ ਦੇ ਸਕਦੇ। ਨਹੀਂ ਦੇ ਸਕਦੇ। ਤੁਸੀਂ ਇਹ ਗੱਲ ਮੰਨਦੇ ਹੋ, ਤੁਸੀਂ ਕਹਿ ਰਹੇ ਹੋ ਦੈਟ ਇਜ਼ ਦ ਹਾਰਸ਼ ਰਿਐਲਿਟੀ। ਜੇ ਆਉਂਗੇ ਤਾਂ ਤੁਹਾਡਾ ਵੀਜ਼ਾ ਰਿਜੈਕਟ ਵੀ ਹੋ ਸਕਦਾ। ਬਿਲਕੁਲ ਹੋ ਸਕਦਾ, ਕਿਉਂ ਨਹੀਂ ਹੋ ਸਕਦਾ। ਤੁਸੀਂ ਆਪ ਦੇ ਵੱਲੋਂ ਬੈਸਟ ਪ੍ਰੋਬੇਬਿਲਿਟੀ ਰੱਖੋ। ਹੁਣ ਫੋਰ ਐਗਜ਼ਾਮਪਲ ਸਾਡੀ ਕੰਪਨੀ 'ਚ ਵਨ ਆਫ ਮਾਈ ਟੀਮ ਮੈਂਬਰਸ, ਸੋ ਉਹ ਦਿੱਲੀ ਹਾਈ ਕਮਿਸ਼ਨ, ਜਿਹੜਾ ਕੈਨੇਡੀਅਨ ਹਾਈ ਕਮਿਸ਼ਨ ਹੈ, ਉਹਦੇ ਵਿੱਚ ਉਹਨਾਂ ਨੇ ਬਤੌਰ 10 ਸਾਲ ਤੋਂ ਜ਼ਿਆਦਾ ਕੰਮ ਕੀਤਾ ਐਜ਼ ਅ ਕੇਸ ਐਨਾਲਿਸਟ। ਸੋ ਵੀ ਅੰਡਰਸਟੈਂਡ ਇੱਕ ਆਫਿਸਰ ਦਾ ਪਰਸਪੈਕਟਿਵ, ਇੱਕ ਕਲਾਇੰਟ ਦਾ ਪਰਸਪੈਕਟਿਵ। ਆਈ ਕੈਨ ਮੇਕ ਸ਼ੋਰ ਕਿ ਜਿਹੜੀ ਤੁਹਾਡੀ ਫਾਈਲ ਹੈ ਉਹ ਵਧੀਆ ਤਰੀਕੇ ਨਾਲ ਪ੍ਰਿਪੇਅਰ ਹੋਵੇ। ਬਟ ਸਿਮਿਲਰਲੀ ਜਿੱਦਾਂ ਇੱਕ ਡਾਕਟਰ ਤੁਹਾਡੀ ਜੇ ਹਾਰਟ ਦੀ ਸਰਜਰੀ ਕਰਦੇ ਨੇ, ਉਹ ਗਾਰੰਟੀ ਨਹੀਂ ਦੇ ਸਕਦੇ ਕਿ ਅਸੀਂ ਬੰਦੇ ਨੂੰ ਬਚਾ ਪਾਵਾਂਗੇ ਜਾਂ ਨਹੀਂ। ਕੋਈ ਕੰਸਲਟੈਂਟ ਤੁਹਾਨੂੰ 100% ਗਾਰੰਟੀ ਨਹੀਂ ਦੇ ਸਕਦਾ। ਜੇ ਦੇ ਰਿਹਾ ਐਂਡ ਤੁਸੀਂ ਉਹ ਗੱਲ ਮੰਨ ਰਹੇ ਹੋ ਤਾਂ ਯੂ ਆਰ ਐਟ ਫਾਲਟ। ਤੁਸੀਂ ਉਹ ਸਾਰੀਆਂ ਗੱਲਾਂ ਦੇ ਖਿਲਾਫ ਹੋ ਜਿਹੜੀਆਂ ਇੱਥੇ ਹੋ ਰਹੀਆਂ। ਤੁਸੀਂ ਕਹਿ ਰਹੇ ਹੋ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਵਾਲੀ ਗੱਲ ਗਲਤ ਹੈ, ਇਹ ਨਹੀਂ ਹੋਣਾ ਚਾਹੀਦਾ। ਤੁਸੀਂ ਕਹਿ ਰਹੇ ਹੋ 100% ਵੀਜ਼ਾ ਗਾਰੰਟੀ ਨਹੀਂ ਹੁੰਦੀ। ਬਿਲਕੁਲ। ਲੋਕ ਇੱਥੇ ਕਹਿੰਦੇ 3 ਲੱਖ ਚ 2.5 ਲੱਖ ਚ ਜਾਓ ਕੈਨੇਡਾ, ਪੋਸੀਬਲ ਨਹੀਂ ਹੈ ਇਹ। ਵਿਜ਼ਿਟਰ ਕੁਝ ਐਪਲੀਕੇਸ਼ਨਸ ਹੈਗੀਆਂ ਨੇ ਜਿਹਦੇ ਸਟੱਡੀ ਦੀ ਗੱਲ ਕਰ ਰਿਹਾ ਮੈਂ। ਨਹੀਂ, ਸਟੱਡੀ ਦੀ ਤੁਸੀਂ ਫੀਸ ਤਾਂ ਦੇਣੀ ਆ ਜੀ ਇੱਕ ਕਾਲਜ ਦੀ। ਮੈਨੂੰ ਤਾਂ ਨਹੀਂ ਅੱਜ ਤੱਕ ਕਾਲਜ ਲੱਭਿਆ ਜਿਹੜਾ ਬੋਰਡ ਭਰੇ ਪਏ ਆ। ਤੁਸੀਂ ਪੂਰੇ ਪੰਜਾਬ ਚ ਜਾਓ, 4 ਲੱਖ ਚ 3 ਲੱਖ ਚ ਜਾਓ ਕੈਨੇਡਾ। ਉਹਦੇ ਚਾਹੀਏ ਜੇ ਇੱਕ ਸਮੈਸਟਰ ਦੀ ਫੀਸ ਪੇ ਕਰ ਦਿਓ, ਬਟ ਫਿਰ ਜਾਂਦੀ ਸਾਰ ਬੱਚੇ ਦੀ ਦੂਜੇ ਦੀ ਡਿਊ ਹੋ ਜਾਏਗੀ। ਜਾਂ ਤਾਂ ਬੱਚੇ ਨੂੰ ਪੂਰੀ ਪਿਕਚਰ ਕਲੀਅਰ ਕਰੋ। ਇਸ ਗੱਲ 'ਚ ਵੀ ਮਾਪਿਓ ਜਿਹੜੇ ਤੁਸੀਂ ਕਹਿ ਰਹੇ ਹੋ ਮਾਰਕੀਟਿੰਗ ਗਿਮਿਕਸ ਹੈ, ਇਹਦੇ 'ਚ ਆਮ ਜਿਹੜਾ ਮਾਤੜ ਬੰਦਾ ਹੈ, ਪਿੰਡੂ ਬੰਦਾ ਹੈ, ਜਾਂ ਜਿਹੜਾ ਇੰਨਾ ਰਿਸਰਚ ਕਰਕੇ ਨਹੀਂ ਆ ਰਿਹਾ, ਉਹ ਫਸ ਰਿਹਾ ਇਸ ਗੱਲ ਦੇ। ਬਿਲਕੁਲ ਫਸ ਰਿਹਾ ਜੀ, ਬਿਲਕੁਲ ਫਸ ਰਿਹਾ। ਹੁਣ ਮੈਨੂੰ ਤੁਸੀਂ ਦੱਸੋ, ਲੈਟਸ ਟਾਕ ਅਬਾਊਟ ਕਾਲਜ ਆਫ ਦ ਨਾਰਥ ਐਟਲਾਂਟਿਕ। ਠੀਕ ਹੈ ਜੀ, ਗਵਰਨਮੈਂਟ ਕਾਲਜ ਹੈ। ਫੀਸ ਟੋਰਾਂਟੋ ਦੇ ਕੰਪੈਰੀਟਿਵਲੀ ਬਾਕੀ ਕਾਲਜਸ ਦੇ ਅੱਧੀ ਹੈ। ਅੱਜ ਕੱਲ੍ਹ ਤੁਸੀਂ ਸੁਣ ਰਹੇ ਹੋ ਕਿ ਬਰੈਂਪਟਨ ਦੇ ਵਿੱਚ ਜਾਂ ਹੋਰ ਕੈਨੇਡਾ 'ਚ PR ਬਹੁਤ ਔਖੀ ਹੈ। ਨਿਊ ਫਾਊਂਡਲੈਂਡ ਦੇ ਵਿੱਚ ਅਗਰ ਤੁਸੀਂ CNA ਦੇ ਗ੍ਰੈਜੂਏਟ ਹੋ ਤਾਂ ਤੁਹਾਡੇ ਲਈ ਇੱਕ ਸਪੈਸ਼ਲ ਸਟਰੀਮ ਜਿਹੜੀ ਹੈ ਉਹ ਖੁੱਲੀ ਹੋਈ ਹੈ। ਉਹਦੇ ਥਰੂ ਤੁਸੀਂ ਆਪਦੀ PR ਲੈ ਸਕਦੇ ਹੋ। ਕੋਈ ਐਕਸਪੀਰੀਅੰਸ ਨਹੀਂ ਚਾਹੀਦਾ। ਜਿਸ ਦਿਨ ਤੁਹਾਡਾ ਪੋਸਟ ਗ੍ਰੈਡ ਵਰਕ ਪਰਮਿਟ ਆਇਆ, ਤੁਸੀਂ ਉਹ ਐਪਲੀਕੇਸ਼ਨ ਫਾਈਲ ਕਰ ਸਕਦੇ ਹੋ। ਐਂਡ ਮੈਂ TV ਤੇ ਕਹਿ ਰਿਹਾ, ਵਿਦਆਊਟ IELTS ਐਜ਼ ਆਫ ਟੂਡੇ। ਕੋਈ IELTS ਦੀ ਲੋੜ ਨਹੀਂ। ਉਸ PNP ਲਈ ਕੋਈ IELTS ਦੀ ਜ਼ਰੂਰਤ। ਗ੍ਰੈਜੂਏਟ ਉੱਥੋਂ ਗ੍ਰੈਜੂਏਸ਼ਨ ਪੜ੍ਹਨਾ ਤੁਸੀਂ CNA ਤੋਂ ਗ੍ਰੈਜੂਏਸ਼ਨ ਕਰਨੀ ਹੈ। ਅੱਛਾ, ਕੰਮ ਮਿਲ ਜਾਂਦਾ ਉੱਥੇ? ਬਿਲਕੁਲ ਆਫ ਕੈਂਪਸ ਵਰਕ ਅਵੇਲੇਬਲ ਹੈ। ਕਿਉਂਕਿ ਇਹ ਵੀ ਇੱਕ ਗੱਲ ਹੈ ਨਾ ਕਿ ਬਰੈਂਪਟਨ ਲੋਕ ਤਾਂ ਜਾਂਦੇ, ਬਰੈਂਪਟਨ ਕੰਮ ਮਿਲ ਜਾਂਦਾ। ਹੋਰ ਥਾਵਾਂ ਤੇ ਕਹਿੰਦੇ ਕੰਮ ਨਹੀਂ ਮਿਲਦਾ। ਅੱਜ ਕੱਲ ਉਲਟਾ ਹੋਇਆ ਜੀ। ਬਰੈਂਪਟਨ 'ਚ ਬਹੁਤ ਕਲਾਇੰਟ ਆ ਜਿਨ੍ਹਾਂ ਨੂੰ ਕੰਮ ਨਹੀਂ ਮਿਲ ਰਿਹਾ ਬੱਚਿਆਂ ਨੂੰ। ਤੇ ਬਾਹਰਲੇ ਪ੍ਰੋਵਿੰਸਸ ਦੇ ਵਿੱਚ ਕੰਮ ਹੈਗਾ, ਉਹਨਾਂ ਕੋਲ ਵਰਕਰਸ ਨਹੀਂ ਹੈਗੇ, ਬਟ ਸਾਡੇ ਬੱਚੇ ਜਾਣਾ ਨਹੀਂ ਚਾਹੁੰਦੇ। ਉਹਦਾ ਕਾਰਨ ਫਰੈਂਡਸ ਦੀ ਇਨਫਲੂਐਂਸ ਹੋ ਗਈ। ਹੁਣ ਫਰੈਂਡਸ ਨੇ ਇੱਕ ਕਾਲਜ ਚੂਜ਼ ਕਰ ਲਿਆ। ਜਿਹੜਾ ਕਲਾਇੰਟ ਆ ਉਹਨੇ ਇਹ ਨਹੀਂ ਦੇਖਣਾ ਕਿ ਮੇਰੇ ਫਾਦਰ ਦੀ ਫਾਈਨੈਂਸ਼ੀਅਲ ਪੋਜੀਸ਼ਨ ਕੀ ਹੈ। ਹੋ ਸਕਦਾ ਉਹ 3 ਏਕੜ ਦੇ ਮਾਲਕ ਹੋਣ, 4 ਏਕੜ ਦੇ ਮਾਲਕ ਹੋਣ, ਬਟ ਉਹਨੇ ਜਾਣਾ ਮਹਿੰਗੇ ਕਾਲਜ। ਪੇਰੈਂਟਸ ਬੱਚਿਆਂ ਤੇ ਇੰਨਾ ਫੇਥ ਕਰ ਲੈਂਦੇ ਨੇ। ਬੱਚਾ ਜਿਨ੍ਹਾਂ ਨੇ ਮਾਰਕੀਟਿੰਗ ਗਿਮਿਕਸ ਖੇਡੇ ਨੇ ਉਹਨਾਂ ਤੇ ਫੇਥ ਕਰ ਬੈਠਦਾ। ਠੀਕ ਹੈ, ਕਿਉਂਕਿ CNA ਦੀ ਜਿਹੜੀ ਵੈਲਿਊ ਆ ਆਪਾਂ ਇੱਥੋਂ ਗੇਜ ਕਰ ਸਕਦੇ ਹਾਂ ਕਿ ਆ ਜਿਹੜਾ ਮਈ ਦਾ ਸੈਸ਼ਨ ਸਾਡਾ ਹੁਣ ਸਟਾਰਟ ਹੋਣਾ, ਉੱਥੇ ਬਹੁਤ ਬੱਚਾ ਉਹ ਹੈ ਜਿਹੜਾ GTA ਤੋਂ, ਗ੍ਰੇਟਰ ਟੋਰਾਂਟੋ ਏਰੀਆ ਦੇ ਕਾਲਜਸ ਤੋਂ CNA ਮੂਵ ਹੋ ਰਿਹਾ। ਉਹਨਾਂ ਨੇ 1 ਸਾਲ ਦੀ ਆਪਦੀ ਫੀਸ ਵੀ ਉੱਥੇ ਖਰਾਬ ਕਰ ਲਈ ਆ ਟੋਰਾਂਟੋ ਦੇ ਵਿੱਚ। ਬਟ ਉਹ ਸਟਿਲ ਸੋਚ ਰਹੇ ਨੇ ਕਿ ਬਾਅਦ ਦੇ ਵਿੱਚ PR ਨਹੀਂ ਹੈਗੀ, ਕੱਲ੍ਹ ਨੂੰ ਅਸੀਂ ਧੱਕੇ ਖਾਂਦੇ ਫਿਰਾਂਗੇ। ਉਦੋਂ ਤਾਂ ਬੈਟਰ ਹੈ ਵੀ ਜਿੰਨੀ ਇੱਥੇ 1 ਸਾਲ ਦੀ ਫੀਸ ਪੇ ਕਰਨੀ ਹੈ, ਉਹਦੇ ਨਾਲੋਂ ਉਨੀ ਹੀ CNA 'ਚ ਪੇ ਕਰਕੇ ਤੁਸੀਂ ਉੱਥੋਂ ਪ੍ਰੋਗਰਾਮ ਹੀ ਉਹ ਕਰ ਲਓ, ਨਾਲੇ PR ਸੌਖੀ ਹੋ ਜਾਏਗੀ। ਬੰਦ ਸਾਹਿਬ, ਇੰਨੇ ਬ੍ਰਾਂਡ ਵਾਲੇ ਲੋਕ ਇੱਥੇ ਆਉਂਦੇ ਆ, ਲੋਕ ਭਰੋਸਾ ਕਰਕੇ ਬਾਅਦ ਧੋਖਾ ਖਾਂਦੇ ਆ। ਤੁਹਾਡੀਆਂ ਗੱਲਾਂ ਤੇ ਕਿਉਂ ਵਿਸ਼ਵਾਸ ਕਰਨਗੇ? ਮੈਂ ਇਹ ਨਹੀਂ ਕਹਿੰਦਾ ਮੇਰੀਆਂ ਗੱਲਾਂ ਤੇ ਵਿਸ਼ਵਾਸ ਕਰੋ। ਟੇਕ ਐਵਰੀਥਿੰਗ ਵਿਦ ਅ ਗ੍ਰੇਨ ਆਫ ਸਾਲਟ। ਤੁਸੀਂ ਵੈਬਸਾਈਟਸ ਤੇ ਜਾਓ, ਤੁਸੀਂ ਨਿਊ ਫਾਊਂਡਲੈਂਡ ਦੀ ਗਵਰਨਮੈਂਟ ਦੀ ਵੈਬਸਾਈਟ ਖੋਲੋ, ਉਹਦੇ ਵਿੱਚ PNP ਦਾ ਸੈਕਸ਼ਨ ਹੈ, ਉਹਨੂੰ ਓਪਨ ਕਰੋ, ਉਹਨੂੰ ਪੜ੍ਹੋ। ਕਾਲਜ ਆਫ ਦੀ ਨਾਰਥ ਐਟਲਾਂਟਿਕ ਜਿਹੜਾ ਹੈ, ਉਹਨਾਂ ਦੇ ਕਾਲਜ ਦੇ ਜਿਹੜੇ ਸਟਾਫ ਮੈਂਬਰਸ ਨੇ ਉਹ ਇਸ ਟਾਈਮ ਇੰਡੀਆ ਆਏ ਹੋਏ ਨੇ। ਰਿਕਰੂਟਮੈਂਟ ਫੇਅਰਸ ਹੋ ਰਹੇ ਨੇ। April 30 ਨੂੰ ਜੰਮੂ 'ਚ ਹੈ ਐਟ ਹੋਟਲ ਲੈਮਨ ਟਰੀ ਜੀ। 1 ਮਈ ਨੂੰ ਅੰਮ੍ਰਿਤਸਰ ਹੈ ਐਟ ਹੋਟਲ ਕਲਾਰਕਸ ਇਨ। 2 ਮਈ ਨੂੰ ਕੁਰਕਸ਼ੇਤਰ ਹੈ ਹੋਟਲ ਸੈਫਰੋਨ। 3 ਮਈ ਨੂੰ ਲੁਧਿਆਣੇ ਹੈ ਐਟ ਹਾਇਟ। 4 ਮਈ ਨੂੰ ਪਟਿਆਲੇ ਹੈ ਐਟ ਹੋਟਲ ਮੋਹਨ ਕੰਟੀਨੈਂਟਲ। 5 ਨੂੰ ਬਠਿੰਡੇ ਹੈ ਐਟ ਹੋਟਲ ਕ੍ਰਿਸ਼ਨਾ ਕੰਟੀਨੈਂਟਲ। ਐਂਡ 7 ਨੂੰ ਚੰਡੀਗੜ੍ਹ ਦੇ ਵਿੱਚ ਹੈ ਐਟ ਹਾਇਟ। ਉਹ ਸਟਾਫ ਮੈਂਬਰਸ ਉੱਥੇ ਨੇ। ਤੁਸੀਂ ਆਪਦੇ ਡਾਕੂਮੈਂਟਸ ਲੈ ਕੇ ਆਓ, ਉਹਨਾਂ ਨੂੰ ਮਿਲੋ। ਜਦੋਂ ਤੁਹਾਡੀ ਆਫਰ ਲੈਟਰ ਆ ਗਈ, ਉਹਦੇ ਤੇ ਆਪਦੀ ਫੀਸ ਚੈੱਕ ਕਰ ਲਿਓ ਵੀ ਕਿੰਨੀ ਆਈ ਹੈ। ਉਨੀ ਆਈ ਹੈ ਜਿੰਨੀ ਬਰੈਂਪਟਨ ਦੇ ਕਾਲਜ ਦੀ ਹੈ ਜਾਂ ਉਦੋਂ ਅੱਧੀ ਆਈ ਹੈ। ਉਸ ਤੋਂ ਬਾਅਦ ਬੈਂਕ ਜਾਓ, ਆਪਦੀ ਫੀਸ ਡਾਇਰੈਕਟਲੀ ਉੱਥੇ ਕਾਲਜ ਨੂੰ ਪੇ ਕਰੋ, ਆਪ ਭਰੋ।
ਗਵਰਨਮੈਂਟ ਕਾਲਜ ਚ ਜਾਓ। ਗਵਰਨਮੈਂਟ ਕਾਲਜ 10 ਸਾਲ ਪਹਿਲਾਂ ਬੜਾ ਟ੍ਰੈਂਡ ਸੀ, ਪ੍ਰਾਈਵੇਟ ਵੱਲ ਲੋਕ ਮੂੰਹ ਨਹੀਂ ਕਰਦੇ ਸੀ, ਗਵਰਨਮੈਂਟ ਕਾਲਜ ਚਾਹੁੰਦੇ ਹੁੰਦੇ ਸੀ। ਹੁਣ ਤਾਂ ਬਿਲਕੁਲ ਆਪੋਜ਼ਿਟ ਹੋ ਗਿਆ ਕਿ ਅਸੀਂ ਜਾਣਾ ਹੈ, ਸਾਨੂੰ ਕੁਝ ਵੀ ਮਿਲ ਜੇ। ਮਾਰਕੀਟਿੰਗ ਫੈਕਟਰਸ, ਆਪਾਂ ਫਿਰ ਉੱਥੇ ਗੱਲ ਆ ਜਾਂਦੀ ਹੈ ਕਿ ਜਦੋਂ ਮੇਰੀ ਇੱਕ ਕੰਪਨੀ ਦੀ ਰਿਟਰਨ ਔਨ ਇਨਵੈਸਟਮੈਂਟ ਜਿਹੜੀ ਹੈ ਜਾਂ ਰਿਟਰਨ ਹੈ ਉਹ ਮੈਕਸਿਮਾਈਜ਼ ਹੋ ਰਹੀ ਹੈ, ਅਗਰ ਤੁਸੀਂ ਕੈਨੇਡਾ ਪ੍ਰਾਈਵੇਟ ਕਾਲਜ ਪੜ੍ਹਦੇ ਹੋ, ਦੈਟਸ ਆਲ ਦੇ ਕੇਅਰ ਅਬਾਊਟ। ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਕੱਲ੍ਹ ਨੂੰ ਬੱਚਾ ਉੱਥੇ ਪਹੁੰਚ ਕੇ ਸਕਸੈਸਫੁਲ ਹੁੰਦਾ ਨਹੀਂ ਹੁੰਦਾ, ਪੇਰੈਂਟਸ ਦੀ ਬਰਬਾਦੀ ਹੁੰਦੀ ਜਾਂ ਨਹੀਂ ਹੁੰਦੀ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਤੁਸੀਂ ਕਦੇ ਨਹੀਂ ਸੋਚੇ ਵੀ ਇਹ ਸਾਰੀਆਂ ਟੈਗਲਾਈਨਸ ਵਰਤੀਆਂ ਜਾਣ? ਨਹੀਂ, ਨੈਵਰ। ਭਾਵੇਂ ਕੋਈ ਆਵੇ ਭਾਵੇਂ ਨਾ ਆਵੇ, ਕੋਈ ਫਰਕ ਨਹੀਂ ਪੈਂਦਾ ਉਸ ਗੱਲ ਕਿਉਂ? ਆਪਾਂ ਕੱਲ੍ਹ ਨੂੰ ਜਿਹੜਾ ਫੈਕਟ ਨੇ, ਜਿਹੜਾ ਸਾਡਾ ਰਿਟੇਨਰ ਐਗਰੀਮੈਂਟ ਆ, ਮੈਂ ਕਿੱਦਾਂ ਕਹਿ ਦਿਆਂ ਵੀ ਉਹਦੇ 'ਚ 100% ਗਾਰੰਟੀ ਹੈ। ਜ਼ਿੰਮੇਵਾਰੀ ਸਮਝਦੇ ਹੋ ਸੋਸਾਇਟੀ ਪ੍ਰਤੀ ਇਹਦੀ? ਬਿਲਕੁਲ, ਉਹ ਤਾਂ ਹੈ ਹੀ ਆ। ਮੇਰੇ ਖਿਆਲ ਸਾਰਿਆਂ ਦੀ ਹੋਣੀ ਚਾਹੀਦੀ ਹੈ। ਠੀਕ ਆ, ਤੁਸੀਂ ਬਿਜ਼ਨਸ ਕਰਨਾ, ਤੁਸੀਂ ਆਪਦੀ ਫੀਸ ਲਓ, ਤੁਸੀਂ ਰਿਟੇਨਰ ਐਗਰੀਮੈਂਟ ਜੋ ਫੀਸ ਲਿਖੀ ਆ ਪ੍ਰੋਫੈਸ਼ਨਲ ਫੀਸ ਹੈ। ਹੁਣ ਇੰਡੀਆ ਲਾਇਰਸ ਨੇ ਜਿਹੜੇ, ਕੋਈ ਵੀ ਇੱਥੇ ਫ੍ਰੀ ਤਾਂ ਕੇਸ ਕਰਦਾ ਨਹੀਂ, ਐਂਡ ਦੇਰ ਆਰ ਸਮ ਲਾਇਰਸ ਇਨ ਦਿੱਲੀ ਜਿਹੜੇ ਬਹੁਤ ਹੀ ਜ਼ਿਆਦਾ ਐਕਸਪੈਂਸਿਵ ਨੇ, ਬਟ ਹੁਣ ਅਗਲੇ ਤੁਹਾਨੂੰ ਪਹਿਲਾਂ ਦੱਸਦੇ ਨੇ ਵੀ ਇੰਨੇ ਪੈਸੇ ਲੱਗਣੇ ਨੇ, ਆਪਾਂ ਨੂੰ ਐਗਰੀ ਕਰਦੇ ਹਾਂ ਟਰਮਸ ਐਂਡ ਕੰਡੀਸ਼ਨਸ ਨੂੰ, ਵਿਲ ਹਾਇਰ ਦੈਮ। ਮਤਲਬ ਤੁਸੀਂ ਇਹ ਠੋਕ ਕੇ ਕਹਿ ਰਹੇ ਹੋ ਕਿ ਹਾਂ ਅਸੀਂ ਪੈਸਾ ਲੈਂਦੇ ਹਾਂ ਔਰ ਜਿਹੜੇ ਬਣਦੇ ਆ ਸਾਡੇ ਉਹਨੇ ਲੈਣੇ ਆ। ਬਿਲਕੁਲ। ਔਰ ਉਹ ਨਹੀਂ ਹੈ ਕਿ ਬਾਅਦ 'ਚ 15 ਲੱਖ ਦੇ ਦਿਓ, 18 ਲੱਖ ਦੇ ਦਿਓ, ਆਪਣੀ ਫੀਸ ਭਰੋ, GIC ਭਰੋ, ਔਰ ਜਿਹੜਾ ਸਹੀ ਤਰੀਕੇ ਨਾਲ ਹਮੇਸ਼ਾ ਚੱਲਦਾ ਹੈ ਉਸ ਤਰੀਕੇ ਨਾਲ ਜਾਓ। ਅਸੀਂ ਕਿਉਂ ਸਾਰੀ ਮਾਰਕੀਟ ਹੀ ਚੇਂਜ ਹੋ ਰਹੀ ਹੈ ਕਿ ਅਸੀਂ ਪ੍ਰਾਈਵੇਟ ਕਿਉਂ ਇੰਨਾ 2-2 ਕਮਰਿਆਂ ਦੇ ਕਾਲਜਸ ਨੇ। ਤੁਸੀਂ ਗਵਰਨਮੈਂਟ ਕਾਲਜ ਦਾ ਇਨਫਰਾਸਟ੍ਰਕਚਰ ਦੇਖੋ, ਜਿਹੜੇ ਤੁਹਾਡੇ ਉੱਥੇ ਫਰੈਂਡਸ ਗਏ ਨੇ, ਫੈਮਿਲੀ ਮੈਂਬਰਸ ਗਏ ਨੇ, ਉਹਨਾਂ ਨੂੰ ਪੁੱਛੋ ਐਜੂਕੇਸ਼ਨ ਦੇ ਐਕਸਪੋਜ਼ਰ ਦਾ ਕਿੰਨਾ ਫਰਕ ਹੈ। ਤੁਸੀਂ ਦੇਖੋ ਕਿੱਥੇ ਵੱਡੇ ਕੈਂਪਸ 'ਚ ਪੜ੍ਹਨਾ, ਕਿੱਥੇ 2 ਕਮਰਿਆਂ ਦੇ ਕਾਲਜ 'ਚ ਤੁਸੀਂ ਜਾ ਰਹੇ ਹੋ, ਕਲਾਸਾਂ ਲਾ ਕੇ ਆ ਗਏ। ਟੀਚਰਸ ਦਾ ਬਹੁਤ ਫਰਕ ਆ ਜੀ। ਜਿਹੜੀ ਉਹਨਾਂ ਦਾ ਸੈਲਰੀ ਪੈਕੇਜ ਹੈਗਾ, ਜਿਹੜਾ ਗਵਰਨਮੈਂਟ ਕਾਲਜ ਦਾ ਸੈਲਰੀ ਪੈਕੇਜ ਆ ਟੀਚਰ ਦਾ, ਠੀਕ ਹੈ, ਉਹ ਪ੍ਰਾਈਵੇਟ ਕਾਲਜ ਤਾਂ ਅਫੋਰਡ ਹੀ ਨਹੀਂ ਕਰ ਸਕਦੇ ਨਾ। ਉੱਥੇ ਹੁਣ ਅੱਜ ਕੱਲ੍ਹ ਇਹ ਵੀ ਚੱਲ ਗਿਆ ਕਿ ਗਵਰਨਮੈਂਟ ਕਾਲਜ ਨਾਲ ਪ੍ਰਾਈਵੇਟ ਕਾਲਜ ਦੀ ਟਾਈ ਅਪ ਹੈ। ਕਾਲਜ ਉਹ ਵੀ 4 ਕਮਰਿਆਂ ਦਾ ਹੀ ਆ, ਬਟ ਡਿਪਲੋਮਾ ਤੁਹਾਨੂੰ ਜ਼ਰੂਰ ਗਵਰਨਮੈਂਟ ਦਾ ਮਿਲ ਜਾਏਗਾ, ਬਟ ਇਨਫਰਾਸਟ੍ਰਕਚਰ ਤੇ ਐਕਸਪੋਜ਼ਰ ਤੁਹਾਡਾ ਫਿਰ ਜ਼ੀਰੋ ਹੈ। ਇਸ ਦੇ ਨਾਲ ਗੱਲ ਇਹ ਵੀ ਕਰ ਲਈਏ ਮੱਕੜ ਸਾਹਿਬ ਕਿ ਐਡਵਾਈਸ ਆਪਾਂ ਕਿਹਦੇ ਤੋਂ ਲੈ ਰਹੇ ਹਾਂ। ਹੁਣ CNA ਨਿਊਫਾਊਂਡਲੈਂਡ 'ਚ ਹੈ ਜੀ, ਗੂਗਲ ਮੈਪਸ ਤੇ ਦੇਖੋ ਇੱਕ ਆਈਲੈਂਡ ਹੈਗੀ ਆ, ਤੇ ਨਾਲ ਉਸਦੇ ਇਹਦਾ ਲੈਬਰਾਡੋਰ ਪਾਰਟ ਹੈ ਜੀ। ਰਿਲੇਟਿਵ ਨੂੰ ਫੋਨ ਕਰੋ ਕਿ ਉੱਥੇ ਜਾਣਾ ਬੱਚੇ ਨੇ, ਉਹਨਾਂ ਦਾ ਨਹੀਂ ਉੱਥੇ ਨਾ ਭੇਜੋ ਜੀ, ਉੱਥੇ ਤਾਂ ਠੰਡ ਬਹੁਤ ਹੈ, ਕੰਮ ਨਹੀਂ ਮਿਲਦਾ। ਰਿਲੇਟਿਵ ਕਦੇ ਆਪ ਨਿਊਫਾਊਂਡਲੈਂਡ ਨਹੀਂ ਗਿਆ, ਬਿਲਕੁਲ, ਪਰ ਸਲਾਹ ਤੁਹਾਨੂੰ ਇਦਾਂ ਦੇ ਰਿਹਾ ਕੌਨਫੀਡੈਂਸ ਨਾਲ ਕਿ ਇੱਥੋਂ ਵਾਲੇ ਬੰਦਾ ਕਹਿੰਦਾ ਵੀ ਹੋ ਸਕਦਾ ਯਾਰ ਇਹ ਸੱਚ ਹੋਣ। ਜਿਹੜੇ TV ਤੇ ਗੱਲ ਕਰਕੇ ਗਏ ਨੇ ਉਹਨਾਂ ਦਾ ਤਾਂ ਬਿਜ਼ਨਸ ਆ, ਉਹਨਾਂ ਨੇ ਤਾਂ ਸਾਡਾ ਬੱਚਾ ਫਸਾ ਦੇਣਾ। ਬਿਲਕੁਲ ਠੀਕ ਹੈ। ਜਦ ਕਿ ਅਗਰ ਤੁਸੀਂ ਥੋੜਾ ਜਿਹਾ ਰਿਸਰਚ ਕਰੋਗੇ ਐਵਰੇਜ ਟੈਂਪਰੇਚਰਸ ਇਨ ਸੇਂਟ ਜੌਨਸ ਨਿਊਫਾਊਂਡਲੈਂਡ ਐਂਡ ਟੋਰਾਂਟੋ, ਤਾਂ ਯੂ ਵਿਲ ਰਿਅਲਾਈਜ਼ ਕਿ ਸੇਂਟ ਜੌਨਸ ਦੇ ਵਿੱਚ ਘੱਟ ਠੰਡ ਪੈਂਦੀ ਹੈ। ਵਿਨੀਪੈਗ ਨਾਲੋਂ, ਐਲਬਰਟਾ ਨਾਲੋਂ ਘੱਟ ਠੰਡ ਹੈ, ਬਟ ਉਹ ਰਿਲੇਟਿਵ ਨੇ ਤੁਹਾਨੂੰ ਫੋਨ ਕਰਕੇ ਕਹਿਤਾ ਵੀ ਨਹੀਂ ਉੱਥੇ ਨਹੀਂ ਜਾਣਾ। ਪਰ ਕੀ ਇਹ ਤਾਂ ਨਹੀਂ ਘੱਟ ਪੰਜਾਬੀ ਹੈ ਉੱਥੇ, ਜਾਂ ਲੋਕ ਆਪਣੇ ਘੱਟ ਗਏ, ਤਾਂ ਇਹ ਵੀ ਇੱਕ ਰੁਝਾਨ ਹੈ, ਡਰਦੇ ਆ ਲੋਕ ਕਿ ਉਸ ਥਾਂ ਤੇ ਜਾਓ ਜਿੱਥੇ ਪੰਜਾਬੀ ਵੱਧ ਹੋਣ? ਨਹੀਂ, ਇਹ ਤਾਂ ਕੁਝ ਹੱਦ ਤੱਕ ਠੀਕ ਹੋ ਸਕਦਾ, ਬਟ CNA ਦੇ ਵਿੱਚ ਕਾਫੀ ਪੰਜਾਬੀ ਸਟੂਡੈਂਟ ਆ, ਅਕੋਮੋਡੇਸ਼ਨਸ ਅਵੇਲੇਬਲ ਨੇ, ਆਫ ਕੈਂਪਸ ਅਵੇਲੇਬਲ ਆ, ਤੇ ਕਾਲਜ ਬਹੁਤ ਹੈਲਪਫੁਲ ਹੈ। ਬਰੈਂਪਟਨ ਦੇ ਕੰਪੈਰੇਟਿਵਲੀ ਮਹਿੰਗਾ ਹੈ ਜਾਂ ਸਸਤਾ ਹੈ? ਸ਼ਹਿਰ ਦੀ ਗੱਲ ਕਰ ਰਹੇ ਹਾਂ, ਲਿਵਿੰਗ ਦੀ ਗੱਲ ਕਰ ਰਹੇ ਹਾਂ, ਲਿਵਿੰਗ ਠੀਕ ਹੈ ਜੀ। ਘਰਾਂ ਦੀ ਪ੍ਰਾਈਸ ਜੇ ਆਪਾਂ ਕਰੀਏ, ਹੁਣ ਇੱਕ 4 ਬੈਡਰੂਮ ਦਾ ਜਿਹੜਾ ਘਰ ਹੈ ਬਰੈਂਪਟਨ 'ਚ ਤੁਹਾਨੂੰ 1.5 ਮਿਲੀਅਨ ਤੋਂ ਘੱਟ ਨਹੀਂ ਮਿਲ ਰਿਹਾ ਐਵਰੇਜ, ਇੱਥੇ ਤੁਹਾਨੂੰ 4 ਲੱਖ ਦਾ ਮਿਲ ਜਾਣਾ। ਅੱਛਾ, ਤਾਂ ਇਹਦਾ ਮਤਲਬ ਸਸਤਾ ਹੈ ਕੰਪੈਰੇਟਿਵਲੀ ਸਟੂਡੈਂਟ ਵਾਸਤੇ। ਔਰ ਇੱਕ ਇਹ ਵੀ ਗੱਲ ਹੈ ਕਿ ਜੋ ਮੈਂ ਤੁਹਾਡੀਆਂ ਗੱਲਾਂ ਤੋਂ ਸਮਝ ਪਾ ਰਿਹਾ ਕਿ ਸਿੱਧੀ PR ਹੈ ਜੀ, ਇਹਨੂੰ ਪੰਜਾਬੀ 'ਚ PR ਬਹੁਤ ਸੌਖੀ ਹੈ ਜੀ। ਮੈਂ ਤਾਂ ਨਹੀਂ ਕਹਾਂਗਾ ਸਿੱਧੀ PR ਆ, ਬਟ ਸੌਖੀ ਹੈ ਕੰਪੈਰੇਟਿਵਲੀ ਟੂ ਅਦਰ। ਤੁਸੀਂ ਉੱਥੇ ਪੜ੍ਹੇ ਹੋ ਤਾਂ ਆਇਲਸ ਦੀ ਲੋੜ ਨਹੀਂ, ਔਰ ਸਿੱਧਾ ਤੁਸੀਂ PR ਕੱਲ ਨੂੰ ਅਪਲਾਈ ਕਰ ਸਕਦੇ ਹੋ ਜੀ। ਇੱਥੋਂ ਦੁਬਾਰਾ ਥੋੜਾ ਜਿਹਾ ਵਾਪਸ ਆਉਣਾ ਜਾਂਦੇ ਜਾਂਦੇ, ਜਿਵੇਂ ਇਨਵੈਸਟਰਸ ਦੀ ਆਪਾਂ ਗੱਲ ਕਰ ਰਹੇ ਸੀਗੇ, ਇਹ ਟ੍ਰੈਂਡ ਕਿਉਂ ਤੁਹਾਨੂੰ ਗਲਤ ਲੱਗਿਆ? ਇਹ ਬਿਜ਼ਨਸ ਹੈ, ਲੋਕ ਬਿਜ਼ਨਸ ਕਰ ਰਹੇ, ਪਰ ਬਿਜ਼ਨਸ ਕਿਸੇ ਦੀ ਲਾਈਫ ਤੇ ਨਹੀਂ ਨਾ ਕਰਿਆ ਜਾ ਸਕਦਾ। ਕਿਸੇ ਦੀ ਲਾਈਫ ਬੈਟਰ ਕਰਨ ਲਈ ਤੁਸੀਂ ਆਪਦਾ ਬਿਜ਼ਨਸ ਕਰੋ, ਪਰ ਉੱਥੇ ਭੇਜ ਕੇ ਕਿਸੇ ਨੂੰ ਫਸਾ ਕੇ ਤੇ ਤੁਸੀਂ ਮੜ ਕੇ ਇਹ ਕਹੋ ਜੀ ਅਸੀਂ ਤਾਂ ਬਿਜ਼ਨਸਮੈਨ ਬਹੁਤ ਤਕੜੇ ਆ, ਤੁਸੀਂ ਤਾਂ ਅਗਲੇ ਦੀ ਲਾਈਫ ਖਰਾਬ ਕਰਤੀ ਨਾ। ਪਤਾ ਨਹੀਂ ਉਹ ਬੱਚੇ ਨੂੰ ਭੇਜਣ ਲਈ ਉਹਦੇ ਪੇਰੈਂਟਸ ਨੇ ਕੀ ਆਪਦੇ ਸ਼ੌਂਕ ਮਾਰੇ ਨੇ, ਠੀਕ ਆ, ਪਤਾ ਨਹੀਂ ਉਹਨਾਂ ਨੇ ਉਹ ਪੈਸੇ ਦਾ ਅਰੇਂਜਮੈਂਟ GIC ਦਾ ਤੇ ਫੀਸ ਦਾ ਕਿਵੇਂ ਕਰਿਆ। ਕਿਸੇ ਨੇ ਘਰ ਵੇਚਿਆ, ਜ਼ਮੀਨ ਗਹਿਣੇ ਰੱਖੀ, ਹਾਂ, ਬੱਚਾ ਉੱਥੇ ਪਹੁੰਚ ਗਿਆ, ਬੱਚਾ ਪਹੁੰਚ ਗਿਆ, ਰਿਅਲਾਈਜ਼ ਕਰ ਗਿਆ ਵੀ ਗਲਤੀ ਹੋ ਗਈ, ਬਟ ਫਿਰ ਉੱਥੋਂ ਵਾਪਸ ਮੁੜਨ ਦਾ ਰਾਹ ਬਹੁਤ ਔਖਾ ਹੋ ਜਾਂਦਾ। ਨਾ ਤਾਂ ਫਾਦਰ ਨੂੰ ਫੋਨ ਕਰਕੇ ਕਹਿ ਸਕਦਾ ਬਈ ਸੌਰੀ ਮੈਂ ਗਲਤੀ ਕਰ ਗਿਆ, ਅਗਲੇ ਦਾ ਤਾਂ ਸਾਰਾ ਕੁਝ ਤੁਸੀਂ ਬਕਾਤਾ ਜਾਂ ਗਹਿਣੇ ਕਰਾਤਾ, ਠੀਕ ਆ। ਬੱਚਾ ਫਿਰ ਕਰੇ ਤੇ ਕਰੇ ਕੀ, ਸਪੋਰਟ ਸਿਸਟਮ ਹੈ ਨਹੀਂ। ਸਟੂਡੈਂਟ ਦੇ ਉੱਥੇ ਹਾਲਾਤ ਬੰਦ ਸਾਹਿਬ ਕੀ ਨੇ? ਕਿਉਂਕਿ ਥੋੜੇ ਦਿਨ ਪਹਿਲਾਂ ਨੀਰੂ ਬਾਜਵਾ ਹੋਣਾ ਦਾ ਮੈਂ ਇੰਟਰਵਿਊ ਕੀਤਾ, ਉਹ ਕੈਨੇਡਾ ਤੋਂ ਨੇ, ਉਹਨਾਂ ਨੇ ਕਿਹਾ ਕਿ 2-4 ਸਟੂਡੈਂਟ ਦੀ ਤੁਸੀਂ ਵੀਡੀਓ ਦੇਖ ਲੈਂਦੇ ਹੋ ਵੀ ਕਿਸੇ ਨੇ ਬੀਅਰ ਹੱਥ 'ਚ ਫੜੀ ਹੈ ਜਾਂ ਉਹ
ਡਾਊਨਟਾਊਨ ਦੇ ਵਿੱਚ ਘੁੰਮਦਾ ਫਿਰਦਾ ਤੇ ਤੁਸੀਂ ਕਹਿ ਦਿੰਦੇ ਹੋ ਕਿ ਸਟੂਡੈਂਟ ਸਾਰੇ, ਤੁਸੀਂ ਮਿਹਨਤ ਵਾਲਾ ਪਾਸਾ ਨਹੀਂ ਦੇਖਦੇ, ਉਹਨਾਂ ਦੀ ਉਹ ਪੋਜ਼ਿਟਿਵ ਸਾਈਡ ਕਦੇ ਨਹੀਂ ਦੇਖਦੇ। ਬਿਲਕੁਲ। ਤੁਹਾਡੇ ਅਕੋਰਡਿੰਗਲੀ ਜੇ ਇਨ ਜਨਰਲ ਪੂਰੇ ਕੈਨੇਡਾ ਦੀ ਗੱਲ ਕਰਾਂ ਤਾਂ ਪੰਜਾਬੀ ਸਟੂਡੈਂਟ ਦਾ ਕੰਟਰੀਬਿਊਸ਼ਨ ਕੀ ਹੈ? ਬਹੁਤ ਵਧੀਆ ਕੰਟਰੀਬਿਊਸ਼ਨ ਹੈ। ਥੋੜੇ ਜਿਹੇ ਇੱਕ ਪਰਸੈਂਟੇਜ ਕਿਸੇ ਵੀ ਪੋਪੂਲੇਸ਼ਨ 'ਚ ਅਗਰ ਆਪਾਂ ਸੈਂਪਲ ਸਾਈਜ਼ ਲਈਏ, ਦੇयर ਇਜ਼ ਆਲਵੇਜ਼ ਦੈਟ ਸਮਾਲ ਸੈਂਪਲ ਸਾਈਜ਼ ਕਿ ਜੋ ਗਲਤ ਹੈ, ਬਾਕੀ ਮੈਜੋਰਿਟੀ ਤਾਂ ਮਿਹਨਤੀ ਨੇ। ਹੁਣ ਬਹੁਤ ਇੰਡੀਆ 'ਚ ਚੱਲ ਪੈਂਦਾ ਜੀ ਕੁੜੀਆਂ ਲਈ ਕੈਨੇਡਾ ਸੇਫ ਨਹੀਂ ਹੈਗਾ, ਕੁੜੀਆਂ ਲਈ, ਆ ਮੀਡੀਆ 'ਚ ਬੜਾ। ਬਿਲਕੁਲ ਤੁਸੀਂ ਉਹ ਕੁੜੀਆਂ ਦੇਖੋ ਇੱਥੋਂ ਤੱਕ ਦੋਸ਼ ਲੱਗੇ ਕਿ ਕੁੜੀਆਂ ਉੱਥੇ ਜਾ ਕੇ ਕੰਪਰੋਮਾਈਜ਼ਿੰਗ ਹਾਲਾਤ 'ਚ ਪਾਈਆਂ ਜਾਂਦੀਆਂ ਕਿਉਂਕਿ ਪੈਸਾ ਨਹੀਂ ਬਣ ਰਿਹਾ, ਇਦਾਂ ਦੀਆਂ ਵੀ ਇੰਟਰਵਿਊਜ਼ ਆਈਆਂ। ਬਿਲਕੁਲ, ਐਂਡ ਬਹੁਤ ਥੋੜੀ ਪਰਸੈਂਟੇਜ ਹੋਏਗੀ। ਮੈਜੋਰਿਟੀ ਕੁੜੀ ਆ ਜਿਹੜੀ ਨਾ, ਉਹ ਪ੍ਰੋਪਰ ਪੜ੍ਹ ਰਹੀ ਆ, ਪ੍ਰੋਪਰ ਕੰਮ ਕਰ ਰਹੀ ਆ, ਡਬਲ ਸ਼ਿਫਟਾਂ ਵੀ ਲਾ ਰਹੀਆਂ, ਉਹ ਪਿੱਛੇ ਆਪਣੇ ਮਾਪਿਓ ਦਾ ਕਰਜ਼ਾ ਵੀ ਲਾ ਰਹੀਆਂ। ਬਿਲਕੁਲ ਲਾ ਰਹੀਆਂ ਨੇ। ਮਿਲੋ ਤਾਂ ਸਹੀ ਆ ਕੇ, ਤੁਸੀਂ ਮੇਰੇ ਆਫਿਸ ਹੀ ਆ ਜਾਓ, ਮੈਂ ਹੀ ਤੁਹਾਨੂੰ ਕਲਾਇੰਟਸ ਦੀ ਲਾਈਨ ਖੜਾ ਕਰ ਦਿਆਂਗਾ ਜਿਹੜੇ ਪ੍ਰੋਪਰ ਨੇ। ਹੁਣ ਸਾਡਾ ਇੱਕ ਮੁੰਡਾ, ਉਹਨੇ ਕਾਰ ਨਹੀਂ ਲਈ, ਕਹਿੰਦਾ ਭਾਜੀ ਮੇਰਾ ਖਰਚਾ ਹੋਊਗਾ, ਮੇਰਾ ਵੱਧ ਜਾਣਾ, ਮੈਂ ਇੰਡੀਆ ਪੈਸੇ ਭੇਜਣੇ ਨੇ। ਉਹਦਾ ਕੰਮ ਘਰ ਤੋਂ ਆਲਮੋਸਟ 4 ਕਿਲੋਮੀਟਰ ਦੂਰ ਹੈ, ਪੈਦਲ ਜਾ ਰਿਹਾ ਜਾਂ ਬੱਸ ਤੇ ਜਾ ਰਿਹਾ। ਕਿੰਨੇ ਇਹੋ ਜਿਹੇ ਬੱਚੇ ਨੇ, ਤੁਸੀਂ ਬਰੈਂਪਟਨ ਦੀਆਂ ਬੱਸਸ ਦੇਖੋ, ਥੱਕ ਟੁੱਟ ਕੇ ਵਿਚਾਰੇ ਬੈਠੇ ਨੇ, ਕਿਸੇ ਨੂੰ ਨੀਂਦ ਆ ਰਹੀ ਹੈ, ਬਿਲਕੁਲ ਠੀਕ ਆ, ਬਟ ਮਿਹਨਤ ਕਰ ਰਹੇ ਆ। ਤੇ ਇੱਥੇ ਮੈਂ ਇੱਕ ਗੱਲ ਕਹਾਂਗਾ ਕਿ ਜਦੋਂ ਪੇਰੈਂਟਸ ਨੇ ਇਹ ਡਿਸਾਈਡ ਕਰ ਲਿਆ, ਬੱਚੇ ਨੇ ਡਿਸਾਈਡ ਕਰ ਲਿਆ ਨਾ ਕਿ ਅਸੀਂ ਕੈਨੇਡਾ ਜਾਣਾ, ਤਾਂ ਉਹਨੂੰ ਥੋੜਾ ਜਿਹਾ ਕੈਨੇਡਾ ਲਈ ਮੈਂਟਲੀ ਪ੍ਰਿਪੇਅਰ ਕਰੋ। ਉਹ ਕਿਵੇਂ ਹੋਊਗਾ? ਇੱਥੇ ਪੇਰੈਂਟਿੰਗ ਸਿਸਟਮ ਇਹ ਆ ਕਿ ਤੁਹਾਨੂੰ ਇੱਕ এনवायरमेंट, ਪ੍ਰੋਟੈਕਟਿਡ এনवायरमेंट ਹੈ ਕਿ ਜੋ ਕਰਨਾ ਡੈਡੀ ਨੇ ਕਰਨਾ, ਬਾਹਰ ਜਾਣਾ ਡੈਡੀ ਨੇ ਕਰਨਾ ਜਾਂ ਹੋਰ, ਹਨਾ। ਉੱਥੇ ਜਾ ਕੇ ਇਹਨਾਂ ਨੂੰ ਮਿਲਦੀ ਹੈ ਇੱਕਦਮ ਫਰੀडम ਐਂਡ ਦੇ ਡੋਂਟ ਨੋ ਵਾਟ ਟੂ ਡੂ ਵਿਦ ਇਟ। ਉੱਥੇ ਜਾ ਕੇ ਕਿਸੇ ਨੇ ਨਹੀਂ ਦੇਖਣਾ ਕਿ ਤੁਸੀਂ ਕਲਾਸ ਲਾਈ, ਤੁਸੀਂ ਰੋਟੀ ਖਾਧੀ ਕਿ ਨਹੀਂ ਖਾਧੀ, ਤੁਹਾਨੂੰ ਭੁੱਖ ਲੱਗੀ ਆ ਬਣਾਓ ਤੇ ਖਾ ਲਓ, ਬਾਹਰੋਂ ਆਰਡਰ ਕਰ ਲਓ, ਜੋ ਵੀ ਹੈ। ਇੱਥੇ ਬੱਚੇ ਨੂੰ ਰਿਸਪੌਂਸਿਬਿਲਿਟੀ ਸਿਖਾਓ। ਸਪੈਸ਼ਲੀ ਜਿਹੜੇ ਗ੍ਰੇਡ 12 ਤੋਂ ਬਾਅਦ ਬੱਚੇ ਜਾ ਰਹੇ ਨੇ, ਉਦੋਂ ਉਹ ਟਾਈਮ ਹੀ ਇਦਾਂ ਦਾ ਹੁੰਦਾ ਕਿ ਤੁਹਾਨੂੰ ਲੱਗਦਾ ਕਿ ਮੇਰੇ ਤੋਂ ਉੱਤੇ ਕੋਈ ਨਹੀਂ ਹੈ, ਬਟ ਹੈਗੇ ਤਾਂ ਬੱਚੇ ਨੇ ਨਾ। ਬਿਲਕੁਲ ਹੈਗੇ ਤਾਂ ਬੱਚੇ ਨੇ, ਇਮੈਚੁਰ ਨੇ, ਤੇ ਕਈ ਵਾਰ ਗਲਤ ਡਿਸੀਜਨ ਲੈ ਬੈਠਦੇ ਨੇ ਐਂਡ ਉਹਦੇ ਰਿਅਲਾਈਜ਼ ਨਹੀਂ ਕਰਦੇ ਕਿ ਐਵਰੀ ਐਕਸ਼ਨ ਹੈਜ਼ ਅ ਕੌਨਸੀਕੁਐਂਸ। ਉਹ ਫੈਕਟ ਇਹਨਾਂ ਨੂੰ ਸਮਝ ਨਹੀਂ ਆ ਰਿਹਾ ਅਜੇ, ਤੇ ਜਦੋਂ ਤੱਕ ਸਮਝ ਆਉਂਦਾ ਉਦੋਂ ਤੱਕ ਬਹੁਤ ਡਿਲੇ ਹੋ ਜਾਂਦਾ। ਹੁਣ ਸਾਡੇ ਆਫਿਸ ਬੱਚੇ ਆਉਂਦੇ ਨੇ ਜਿਨ੍ਹਾਂ ਨੂੰ, ਹੁਣ ਆਈ ਨੋ ਸਮਬਡੀ ਇਨ ਮਾਈ ਆਫਿਸ, ਉਹ ਕੁੜੀ ਆਈ, ਸ਼ੀ ਹੈਜ਼ ਬੀਨ देयर ਸਿੰਸ 2016। 8 ਸਾਲ ਹੋ ਗਏ ਨੇ ਆਊਟ ਆਫ ਸਟੇਟਸ, ਸਟੱਡੀ ਨਹੀਂ ਕਰੀ, ਸਟੱਡੀ ਪਹਿਲਾਂ ਕਰੀ ਫਿਰ ਫੇਲ ਹੋ ਗਈ, ਠੀਕ ਆ, ਫਿਰ ਰਾਹ ਨਹੀਂ ਲੱਭਿਆ, ਫਿਰ ਲੱਗਿਆ ਕਿ ਸਾਡੀ ਤਾਂ ਮੇਰੀ ਤਾਂ ਫੀਸ ਖਰਾਬ ਹੋ ਗਈ, ਫਾਦਰ ਇੱਥੇ ਇੰਡੀਆ ਨਹੀਂ ਫੋਨ ਕਰਕੇ ਤੇ ਉੱਥੇ ਕਈ ਵਾਰ ਜਿਹੜੇ ਅਸੀਂ ਬਰੈਂਪਟਨ ਦੇ ਕਾਲਜਸ ਨੇ ਨਾ, ਇਹ ਬੜਾ ਮਿਸਕਨਸੈਪਸ਼ਨ ਹੈਗੀ ਆ ਕਿ ਅਸੀਂ ਜਾ ਕੇ ਜੀ ਸਾਰੀ ਫੀਸ ਉੱਥੇ ਕੱਢ ਲਾਂਗੇ, ਅਸੀਂ ਪੈਸੇ ਕਮਾ ਲਾਂਗੇ। ਨਹੀਂ ਹੁੰਦਾ, ਬਹੁਤ ਮੁਸ਼ਕਿਲ ਹੋ ਜਾਂਦਾ। ਇਫ ਲੈਟਸ ਸੇ ਤੁਸੀਂ ਜੈਨ ਸੈਸ਼ਨ ਦੀ ਇਨਟੇਕ ਦੀ ਆਪਾਂ ਗੱਲ ਕਰੀਏ ਜੀ, ਤੁਸੀਂ 1 ਸਾਲ ਦੀ ਤਾਂ ਇੱਥੋਂ ਭਰ ਗਏ, GIC ਹੋ ਗਿਆ, ਬਟ ਉੱਥੇ ਜਾ ਕੇ ਖਰਚੇ ਵੀ ਤੁਸੀਂ ਡਾਲਰ 'ਚ ਕਰਨੇ ਨੇ ਨਾ। ਬਿਲਕੁਲ, ਰੈਂਟ ਪੇ ਕਰਨਾ ਹੈ, ਰੋਟੀ ਵੀ ਖਾਣੀ ਹੈ, ਸਾਰਾ ਕੁਝ ਕਰਨਾ, ਤੁਹਾਡੀ ਲੈਜਰ ਲਈ ਵੀ ਮਾੜਾ ਮੋਟਾ ਕਦੇ ਘੁੰਮਣ ਵੀ ਜਾਣਾ ਬੰਦੇ ਨੇ। ਬਿਲਕੁਲ। ਉਸ ਤੋਂ ਬਾਅਦ ਜਿਹੜਾ ਤੁਹਾਡਾ 3rd ਸਮੈਸਟਰ ਹੈ, ਉਹਦੇ ਵਿੱਚ ਬ੍ਰੇਕ ਹੈ ਨਹੀਂਗੀ, ਉਹਦੀ ਫੀਸ ਡਿਊ ਹੋਗੀ। ਠੀਕ ਹੈ, ਅਗਰ ਉਹ 3rd ਸਮੈਸਟਰ ਤੁਹਾਡਾ ਲੈਟਸ ਸੇ ਸਪਟੈਂਬਰ 'ਚ ਸਟਾਰਟ ਹੋਣਾ, ਉਹਦੀ ਫੀਸ ਜੂਨ 'ਚ ਡਿਊ ਹੋਗੀ। ਬੱਚਾ ਪਹੁੰਚਿਆ ਦਸੰਬਰ 'ਚ, 6 ਮਹੀਨੇ 'ਚ ਅਗਲੇ ਸਮੈਸਟਰ ਦੀ ਸੇਵਿੰਗ ਕਰਕੇ ਫੀਸ ਉਹਦੇ ਤੋਂ ਪੇ ਨਹੀਂ ਹੋ ਰਹੀ। ਬਟ ਇੱਥੇ ਤੁਹਾਨੂੰ ਕਿਹਾ ਗਿਆ ਸੀਗਾ ਕਿ ਇੱਕ ਵਾਰ ਬਸ ਇੰਨਾ ਕੁ ਪੈਸਾ ਭਰ ਦਿਓ 1 ਸਾਲ ਦੀ ਫੀਸ, ਤੇ GIC ਉੱਥੇ ਜਾ ਕੇ ਤਾਂ ਜੀ ਬੱਲੇ ਤੁਹਾਡੇ ਨਾਲ ਭਰੂਗਾ, ਤੁਹਾਨੂੰ ਵੀ ਕਮਾ ਕੇ ਭੇਜੂਗਾ। ਬਿਲਕੁਲ। ਸ਼ਾਇਦ ਇਹੀ ਇੱਕ ਮੈਂਟਲ ਪ੍ਰੈਸ਼ਰ ਹੈ ਜਿਹੜਾ ਆਪਾਂ ਸ਼ੁਰੂ 'ਚ ਜਿਹੜੀ ਜਿੱਥੋਂ ਸ਼ੁਰੂਆਤ ਕੀਤੀ ਸੀ ਕਿ ਉਹ ਡਿਪਰੈਸ਼ਨ ਦਾ ਕਾਰਨ ਬਣ ਰਹੀ ਹੈ, ਉਹ ਸੁਸਾਈਡਸ ਦਾ ਕਾਰਨ ਬਣ ਰਹੀ ਹੈ, ਜਿੰਨੇ ਕੁ ਵੀ ਹੋ ਰਹੇ ਆ। ਮੈਂ ਨਹੀਂ ਕਹਿ ਰਿਹਾ ਕਿ ਵੱਡਾ ਟ੍ਰੈਂਡ ਹੈ, ਪਰ ਜਿੰਨੇ ਕੁ ਵੀ ਹੋ ਰਹੇ, ਬਟ ਇਹ ਜ਼ਿਆਦਾ ਟ੍ਰੈਂਡ ਹੁਣ ਪ੍ਰੈਵਲੈਂਟ ਹੋ ਰਿਹਾ। ਦੈਟਸ ਵਾਟ ਵੀ ਆਰ ਸੀਇੰਗ even in my office, that's what we are seeing ਕਿ ਇਹ ਕਾਫੀ ਹੁਣ ਬੱਚੇ ਆ ਰਹੇ ਨੇ ਜਿਨ੍ਹਾਂ ਨੇ ਗਲਤ ਸਟੈਪ ਚੱਕ ਕੇ ਆਪਦੇ ਸਟੇਟਸ ਜਿਹੜੇ ਹੈਗੇ ਨੇ ਇਮੀਗ੍ਰੇਸ਼ਨ, ਉਹ ਕੰਪਰੋਮਾਈਜ਼ ਕਰ ਲਏ। ਤੇ ਇੱਥੇ ਮੈਂ ਪੇਰੈਂਟਸ ਨੂੰ ਵੀ ਇੱਕ ਰਿਕੁਐਸਟ ਕਰਾਂਗਾ ਕਿ ਤੁਸੀਂ ਵੀ ਉਹਨਾਂ ਨੂੰ ਸਪੋਰਟ ਦਿਓ। ਹੁਣ ਕਿਸੇ ਰਿਲੇਟਿਵ ਦੀ, ਕਿਸੇ ਤੁਹਾਡੇ ਅੱਗੇ ਦੀ PR ਹੋ ਜਾਂਦੀ ਹੈ, ਤੁਹਾਡਾ ਬੇਟਾ ਬੇਟੀ ਉੱਥੇ ਗ੍ਰੈਜੂਏਟ ਹੋਏ ਨੇ, ਤੁਸੀਂ ਹਰ ਵਾਰ ਫੋਨ ਤੇ ਉਹਨਾਂ ਨੂੰ ਇਹੀ ਪੁੱਛੀ ਜਾਂਦੇ ਹੋ ਜੀ ਤੇਰੀ PR ਦਾ ਕੀ ਬਣਿਆ, ਤੇਰੀ PR ਦਾ ਕੀ ਬਣਿਆ। ਉਹ ਆਲਰੇਡੀ ਉੱਥੇ ਤਾਂ ਸਟ੍ਰੈਸ 'ਚ ਹੈਗੇ ਨੇ, ਜੋ ਉਹਨਾਂ ਦੇ ਹੈਗੇ ਨੇ, ਤੁਸੀਂ ਉਹਨਾਂ ਦਾ ਜਿਹੜਾ ਸਟ੍ਰੈਸ ਲੈਵਲ ਹੈਗਾ ਉਹ ਹੋਰ ਵਧਾ ਦਿੰਦੇ ਹੋ ਬਈ ਉਹ ਫਲਾਣਾ PR ਹੋ ਗਿਆ, ਜਾਂ ਮੈਂ ਇੱਥੇ ਇੰਡੀਆ ਦਾ ਪ੍ਰਿੰਟ ਮੀਡੀਆ 'ਚ ਪੜ੍ਹਿਆ ਵੀ PR ਸੌਖੀ ਹੋ ਗਈ, ਤੂੰ ਕਰ ਕਿਉਂ ਨਹੀਂ ਕੁਛ ਰਿਹਾ। ਠੀਕ ਆ, ਤੇ ਉਹ ਹੋਰ ਪ੍ਰੈਸ਼ਰਾਈਜ਼ਡ ਫੀਲ ਕਰਦੇ ਨੇ ਕਿ ਮੇਰਾ ਤਾਂ ਸਪੋਰਟ ਸਿਸਟਮ ਹੈ ਨਹੀਂ। ਬਿਲਕੁਲ ਕੋਈ ਦੋ ਰਾਏ ਨਹੀਂ। ਹੈਵ ਐਨ ਓਪਨ ਚੈਨਲ ਵਿਦ them। PR ਜਿਹੜੀ ਹੈ, ਦੇਖੋ ਪੇਸ਼ੈਂਟਲੀ ਹੋਏਗੀ PR, ਬਟ ਦੇਰ ਆਰ ਸਰਟਨ ਸਟੈਪਸ ਜਿਹੜੇ ਤੁਹਾਨੂੰ ਲੈਣੇ ਪੈਣੇ ਨੇ ਬੱਚੇ ਨੂੰ। ਉਹ ਬੱਚੇ ਲੈ ਰਹੇ ਨੇ, ਉੱਥੇ ਜ਼ਿੰਮੇਵਾਰੀ ਸਮਝ ਰਹੇ ਨੇ। ਕੋਈ ਬੱਚਾ ਮੈਨੂੰ ਅੱਜ ਤੱਕ ਨਹੀਂ ਮਿਲਿਆ ਜਿਹੜਾ ਕਹਿੰਦਾ ਜੀ ਮੈਂ PR ਨਹੀਂ ਲੈਣੀ। ਬਿਲਕੁਲ, ਪਰ ਉਹਨੂੰ ਟਾਈਮ ਲੱਗੇਗਾ। ਜੋ ਰੂਲਸ ਐਂਡ ਰੈਗੂਲੇਸ਼ਨਸ ਨੇ, ਪਰਿਵਾਰ ਨੂੰ ਗੱਲ ਸਮਝਣੀ ਚਾਹੀਦੀ ਹੈ। ਮਾਨ ਸਾਹਿਬ, ਜੇ ਕਿਸੇ ਨੇ ਤੁਹਾਡੇ ਨਾਲ ਕੋਈ
ਜ਼ਿਕਰ ਕਰਨਾ ਹੋਵੇ, ਕੋਈ ਸਲਾਹ ਲੈਣੀ ਹੋਵੇ, ਤੇ ਉਹ ਤੁਹਾਡੇ ਨਾਲ ਸੰਪਰਕ ਕਿਵੇਂ ਕਰ ਸਕਦਾ ਹੈ? ਦੇਖੋ ਅਜੇ ਤਾਂ ਜਿਹੜੇ CNA ਦੇ ਫੇਅਰਸ ਨੇ ਜੀ ਅਸੀਂ ਉੱਥੇ ਆ ਜੀ। ਬਾਕੀ ਮੈਂ ਤੁਹਾਨੂੰ ਆਪਦਾ ਨੰਬਰ ਦੇ ਦਿਆਂਗਾ, ਤੁਸੀਂ ਸਕਰੀਨ ਤੇ ਕਰ ਦਿਓ, ਉਹ ਨੰਬਰ ਤੇ ਕਾਲ ਕਰ ਲੈਣ। ਤਾਂ ਕਿਸੇ ਤਰ੍ਹਾਂ ਦੀ ਵੀ ਤੁਸੀਂ ਓਪਨ ਹੋ, ਕੋਈ ਜੇ ਤੁਹਾਡੇ ਨਾਲ ਕੋਈ ਗੱਲਬਾਤ ਕਰਨੀ ਚਾਹੁੰਦਾ, ਉੱਥੇ ਆਉਣਾ ਚਾਹੁੰਦਾ ਕੋਈ, ਬਿਲਕੁਲ ਸਪੋਰਟ ਸਿਸਟਮ ਦੇ ਤੌਰ ਤੇ ਲੋਕ ਜ਼ਰੂਰ ਚਾਹਣਗੇ। ਜਿੰਨੀ ਹੈਲਪ ਹੋਏਗੀ ਜੀ ਬਿਲਕੁਲ ਕਰਾਂਗੇ, ਬਟ ਐਟ ਦ ਸੇਮ ਟਾਈਮ ਵੀ ਆਰ ਅ ਬਿਜ਼ਨਸ। ਬਿਲਕੁਲ। ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਵਾਸਤੇ, ਤੁਸੀਂ ਸਟੂਡੀਓ 'ਚ ਆਏ, ਗੱਲਬਾਤ ਕੀਤੀ, ਬਹੁਤ ਸ਼ੁਕਰੀਆ। ਥੈਂਕ ਯੂ ਜੀ, ਥੈਂਕ ਯੂ ਜੀ। ਇਸ ਪੇਸ਼ਕਸ਼ 'ਚ ਇੰਨਾ ਹੀ, ਇਜਾਜ਼ਤ ਦਿਓ, ਧੰਨਵਾਦ।